ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਲਾਲ ਸਿੰਘ ਤੇ ਅੱਜ ਦਾ ਮੇਰਾ ਟੌਪਿਕ ਹੈ, ਬਹੁਤ ਹੀ ਜ਼ਬਰਦਸਤ ਟੌਪਿਕ ਹੈ, ਇਨਵੀਟੇਸ਼ਨ। ਇਨਵੀਟੇਸ਼ਨ ਜਿਹੜਾ ਆਪਣਾ ਮੈਂ ਲਾਸਟ ਮੀਟਿੰਗ ਕੀਤੀ ਸੀ ਲਿਸਟ ਬਣਾਉਣ ਬਾਰੇ, ਉਹਦੇ ਤੋਂ ਇਹਦਾ ਅਗਲਾ ਪਾਰਟ ਹੈ ਜਿਹੜਾ ਆਪਾਂ ਸੈਕਿੰਡ ਜਿਹੜਾ ਪਾਰਟ ਹੈ ਉਹ ਆਪਣਾ ਹੈ ਇਨਵੀਟੇਸ਼ਨ ਕਿ ਲਿਸਟ ਤੇ ਅਸੀਂ ਬਣਾ ਲਈ ਹੈ। ਦੈਨ ਹੁਣ ਅਗਲਾ ਪਾਰਟ ਆ ਜਾਂਦਾ ਕਿ ਆਪਾਂ ਇਨਵੀਟੇਸ਼ਨ ਕਰਨਾ ਹੈ ਆਪਣੇ ਜੋ ਪਰਸਨ ਦੀ ਜਿਨ੍ਹਾਂ ਦਾ ਲਿਸਟ ਦੇ ਵਿੱਚ ਆਪਾਂ ਨਾਮ ਮੈਂਸ਼ਨ ਕਰ ਲਿਆ ਜਾਂ ਜਿਨ੍ਹਾਂ ਨੂੰ ਆਪਾਂ ਆਪਣੇ ਬਿਜ਼ਨਸ ਪਾਰਟਨਰ ਬਣਾਉਣ ਬਾਰੇ ਸੋਚ ਲਿਆ ਆ, ਤੇ ਉਹਨਾਂ ਨੂੰ ਹੁਣ ਉਸ ਬਿਜ਼ਨਸ ਬਾਰੇ ਇਨਵੀਟੇਸ਼ਨ ਦੇਣਾ ਹੈ ਕਿ ਭਈ ਉਹਨਾਂ ਨੂੰ ਕਿੱਦਾਂ ਇਨਵੀਟੇਸ਼ਨ ਦੇਣਾ। ਉਹ ਆਪਾਂ ਦੋ ਤਰੀਕੇ ਦਾ ਹੋ ਸਕਦਾ, ਜਾਂ ਤਾਂ ਆਪਾਂ ਮਿਲ ਕੇ ਦਿੰਨੇ ਆ ਜਾਂ ਆਪਾਂ ਉਹਨੂੰ ਟੈਲੀਫੋਨਿਕਲੀ ਦਿੰਦੇ ਆ। 90% ਤੱਕ ਜੋ ਲੋਕ ਕਰਦੇ ਨੇ, 90% ਦਾ ਹਿੱਸਾ ਤੈਅ ਕਰਦਾ ਹੈ ਕਿ ਤੁਹਾਡਾ ਇਨਵੀਟੇਸ਼ਨ ਕਿੱਦਾਂ ਦਾ ਸੀ। ਉਹ ਤੁਹਾਨੂੰ ਮਿਲਦਾ ਸਮਾਂ ਤੇ ਕਿੱਦਾਂ ਉਹ ਦੇਗਾ, ਤੁਹਾਡਾ ਇਨਵੀਟੇਸ਼ਨ ਹੀ ਇਸ ਚੀਜ਼ ਦੇ ਮੈਟਰ ਕਰਦਾ ਹੈ। ਇਨਵੀਟੇਸ਼ਨ ਇੱਕ ਟ੍ਰੇਲਰ ਆ, ਜਿੱਦਾਂ ਕੋਈ ਮੂਵੀ ਦਾ ਹੁੰਦਾ ਹੈ ਨਾ, ਮੂਵੀ ਜ਼ਬਰਦਸਤ ਤਾਂ ਹੀ ਹੁੰਦੀ ਆ ਜੇ ਉਹਦਾ ਟ੍ਰੇਲਰ ਜ਼ਬਰਦਸਤ ਹੈ। ਬਹੁਤ ਜ਼ਿਆਦਾਤਰ ਵੇਖੋ ਰਿਵਿਊ ਉਹਦਾ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ। ਜਦ ਅੱਜ ਦੀ ਤਰੀਕ 'ਚ ਕੋਈ ਵੀ ਫਿਲਮ ਜੇ ਆਉਣੀ ਆ ਤਾਂ ਫਸਟ ਲੋਕੀ ਹੀ ਉਹਦਾ ਟ੍ਰੇਲਰ ਵੇਖਦੇ। ਜੇ ਉਹਦਾ ਟ੍ਰੇਲਰ ਜ਼ਬਰਦਸਤ ਹੈ ਨਾ ਮੂਵੀ ਦਾ, ਤੇ ਦੈਨ ਆਟੋਮੈਟਿਕਲੀ ਬੰਦਾ ਮੂਵੀ ਵਾਸਤੇ ਭੱਜਿਆ ਜਾਂਦਾ ਹੈ। ਯਾਨੀ ਕਿ ਇਨਵੀਟੇਸ਼ਨ ਸਾਡਾ ਇੱਕ ਟ੍ਰੇਲਰ ਆ, ਤੇ ਟ੍ਰੇਲਰ ਸਾਡਾ ਇੰਨਾ ਜ਼ਬਰਦਸਤ ਧਮਾਕੇਦਾਰ ਹੋਣਾ ਚਾਹੀਦਾ ਕਿ ਅਗਲਾ ਮੂਵੀ ਆਪਣੀ ਮੀਨਸ ਪ੍ਰੈਜੈਂਟੇਸ਼ਨ ਆਪਣਾ ਸ਼ੋਅ ਦਾ ਪਲਾਨ, ਦੈਨ ਆਪਣੇ ਪਲਾਨ ਦੇ ਵਿੱਚ ਜੋ ਆਪਾਂ ਗੱਲਬਾਤ ਕਰਨੀ ਜਿੱਦਾਂ ਵੀ ਆ ਕਰਨਾ ਜਿੱਦਾਂ ਦਾ ਵੀ ਹੋਏਗਾ ਉਹ ਆਪਣਾ ਅਲੱਗ ਪਾਰਟ ਹੈ। ਲੇਕਿਨ ਫਸਟ ਆਪਣਾ ਇਨਵੀਟੇਸ਼ਨ ਜ਼ਬਰਦਸਤ ਹੋਣਾ। ਪਲਾਨ ਪਲਾਨ ਜਿਹੜਾ ਆਪਣਾ ਇਨਵੀਟੇਸ਼ਨ ਹੈ, ਇਨਵੀਟੇਸ਼ਨ ਨੇ ਆਪਾਂ ਅਗਲੇ ਦੀ ਜ਼ਿੰਦਗੀ ਬਦਲਣ ਬਾਰੇ ਗੱਲ ਕਰਨੀ ਹੈ। ਬੰਦਾ ਜਿੱਦਾਂ ਦਾ ਵੀ ਹੋਏ, ਜਿੱਦਾਂ ਜੈਸਾ ਆਦਮੀ ਵੈਸੀ ਬਾਤ ਉਹਦੇ ਅੱਗੇ ਉਦਾਂ ਦੀ ਪੇਸ਼ ਕੀਤੀ ਜਾਏ, ਔਰ ਉਹ ਜ਼ਬਰਦਸਤ ਤਰੀਕੇ ਨਾਲ ਪੇਸ਼ ਕੀਤੀ ਹੈ। ਬਾਤ ਵਿੱਚ ਪੂਰਾ ਦਮ ਹੋਣਾ ਚਾਹੀਦਾ, ਤੁਹਾਡੀ ਗੱਲ ਜਿਹੜੀ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਉਹਦੀ ਗੱਲ ਦੇ ਵਿੱਚ ਪੂਰਾ ਵਜਨ ਹੋਣਾ ਚਾਹੀਦਾ। ਜਾਂ ਕਿਉਂਕਿ ਤੁਸੀਂ ਉਹਦੀ ਜਿਹੜੀ ਉਹਦੀ ਇਨਵੀਟੇਸ਼ਨ ਦੇਣਾ ਆ ਉਹਨੂੰ 20-25 ਮਿੰਟ ਦਾ, ਉਹਦੇ ਵਿੱਚ ਅਗਲੇ ਦੀ ਤੁਸੀਂ ਜ਼ਿੰਦਗੀ ਬਦਲਣੀ ਹੈ, ਜ਼ਿੰਦਗੀ ਬਦਲਣ ਬਾਰੇ ਤੁਸੀਂ ਗੱਲ ਕਰਨੀ ਹੈ। ਠੀਕ ਹੈ, ਤੁਸੀਂ ਆਪਣੀ ਉਹਦੇ ਵਿੱਚ ਪੂਰੀ ਫੀਲਿੰਗ ਹੋਣੀ ਚਾਹੀਦੀ ਹੈ ਕਿ ਉਹ ਤੁਹਾਨੂੰ ਟਾਈਮ ਦੇਵੇ। ਉਹ ਟਾਈਮ ਤਾਂ ਹੀ ਦੇਗਾ ਕਿ ਉਹਦੇ ਵਿੱਚ ਉਹਨੂੰ ਕੁਝ ਲੱਗੇਗਾ ਇਸ ਬਾਰੇ ਕਿ ਵਾਕਈ ਇਹਦੇ ਵਿੱਚ ਕੋਈ ਗੱਲਬਾਤ ਹੈਗੀ ਹੈ, ਤਦ ਹੀ ਉਹ ਤੁਹਾਨੂੰ ਲੋਕ ਨਹੀਂ ਤੇ ਕੀ ਹੁੰਦਾ ਹੈ, ਲੋਕ ਬੜੇ ਉਹਨੂੰ ਬੁਲਾ ਰਹੇ ਨੇ, ਬੜੀ ਦੁਨੀਆ ਨੂੰ ਬੁਲਾ ਰਹੀ ਹੈ ਕਿ ਭਾਜੀ ਸਾਡੇ ਕੋਲ ਆਓ ਜਾਂ ਇੱਥੇ ਆਓ, ਜਾਂ ਰਿਸ਼ਤੇਦਾਰ ਉਹਦੇ ਬੁਲਾ ਰਹੇ ਨੇ, ਉਹਦੀ ਵਾਈਫ ਬੁਲਾ ਰਹੀ ਹੈ, ਉਹ ਬੱਚੇ ਕਹਿੰਦੇ ਨੇ ਸਾਡੇ ਕੋਲ ਟਾਈਮ ਦੇ। ਉਹ ਸਾਰੇ ਝਮੇਲਿਆਂ ਦੇ ਵਿੱਚੋਂ ਨਿਕਲ ਕੇ ਉਹ ਤੁਹਾਨੂੰ ਟਾਈਮ ਤਦ ਹੀ ਦੇਗਾ, ਤੁਹਾਨੂੰ ਪ੍ਰਾਇੋਰਟੀ ਤਦ ਹੀ ਦੇਗਾ ਜਦ ਤੁਹਾਡੀ ਗੱਲ ਦੇ ਵਿੱਚ ਦਮ ਹੋਏਗਾ। ਤੇ ਇਸ ਕਰਕੇ ਕਹਿੰਦੇ ਕਿ ਜ਼ਬਰਦਸਤ ਤਰੀਕੇ ਦਾ ਆਪਾਂ ਪ੍ਰੈਜੈਂਟੇਸ਼ਨ ਪੇਸ਼ ਕਰਨੀ ਹੈ। ਮਤਲਬ ਕਿ ਪ੍ਰੈਜੈਂਟੇਸ਼ਨ ਤਦ ਹੀ ਪੇਸ਼ ਕਰ ਸਕਦੇ ਕਿ ਜਦਾਂ ਇਹਦਾ ਇਨਵੀਟੇਸ਼ਨ ਇਹਦਾ ਜ਼ਬਰਦਸਤ ਔਰ ਦਮਦਾਰ ਹੋਣਾ ਚਾਹੀਦਾ, ਔਰ ਹਰ ਗੱਲ ਦੇ ਵਿੱਚ ਵਜਨ ਹੋਣਾ ਚਾਹੀਦਾ, ਦਮ ਹੋਏ, ਔਰ ਬੋਲਣ ਦਾ ਤਰੀਕਾ ਅੰਦਾਜ਼ ਵਧੀਆ ਹੋਏ, ਤੇ ਅਗਲਾ ਤੁਹਾਨੂੰ ਸਮਾਂ ਦੇਗਾ। ਮਾਈਂਡ ਵਿੱਚ ਜਿੱਦਾਂ ਦੀ ਮਰਜ਼ੀ ਫੀਲਿੰਗ ਹੋਵੇ ਉਹਨੂੰ ਆਪਣੇ ਅੰਦਰ ਹੀ ਰੱਖਣਾ, ਲੇਕਿਨ ਅਗਲੇ ਨੂੰ ਆਪਣਾ ਕਦੀ ਵੀ ਆਪਣਾ ਪੋਸਚਰ ਲੂਜ਼ ਕਰਕੇ ਨਹੀਂ ਸ਼ੋਅ ਕਰਨਾ। ਤੇ ਆਪਣਾ ਹਮੇਸ਼ਾ ਜੋ ਵੀ ਆਪਣੇ ਆਪਣੇ ਆਪ ਨੂੰ ਤੁਸੀਂ ਜ਼ਬਰਦਸਤ ਤਰੀਕੇ ਨਾਲ ਮਤਲਬ ਦਮਦਾਰ ਸ਼ੋਅ ਕਰਨਾ ਹੈ ਇਸ ਬਾਰੇ। ਠੀਕ ਹੈ, ਨੈਕਸਟ ਪੁਆਇੰਟ ਹੈ ਮੇਕ ਇਟ ਬਰੀਫ। ਜਿਹੜਾ ਆਪਣਾ ਇਨਵੀਟੇਸ਼ਨ ਹੋਏਗਾ ਕੋਈ ਐਡਾ ਬਹੁਤ ਤਗੜਾ ਨਹੀਂ ਹੋਣਾ ਚਾਹੀਦਾ। ਡੋਂਟ ਗਿਵ ਹਿਮ ਫੁੱਲ ਇਨਫੋਰਮੇਸ਼ਨ, ਕੋਈ ਵੀ ਆਪਾਂ ਨੂੰ ਇੰਨੀ ਉਹਨੂੰ ਡਿਟੇਲ 'ਚ ਨਹੀਂ ਜਾਣਾ, ਫੋਲੋ ਸਿਸਟਮ ਨੂੰ ਫੋਲੋ ਕਰਨਾ। ਐਗਜ਼ਾਮਪਲ ਦੇ ਕੇ ਦੱਸਦਾ, ਜਿੱਦਾਂ ਕਿ ਆਪਾਂ ਨੂੰ ਕੋਈ ਮੈਰਿਜ ਦਾ ਪ੍ਰੋਗਰਾਮ ਹੈ, ਤੇ ਮੈਰਿਜ ਦੇ ਪ੍ਰੋਗਰਾਮ ਹੁੰਦੀ ਆ, ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹਰ ਘਰ 'ਚ। ਵਿਆਹ ਤੇ ਸ਼ਾਦੀ ਪ੍ਰੋਗਰਾਮ ਦੇ ਵਿੱਚ ਆਪਾਂ ਛੋਟਾ ਜਿਹਾ ਇਨਵੀਟੇਸ਼ਨ ਕਾਰਡ ਬਣਾਇਆ ਹੁੰਦਾ ਕਿ ਆਪਾਂ ਇੰਨੀ ਤਰੀਕ ਨੂੰ ਮੈਰਿਜ ਹੈ, ਇਹਦੀ ਮੈਰਿਜ ਹੈ ਤੇ ਇੰਨੇ ਵਜੇ ਮੈਰਿਜ ਹੈ, ਬਸ। ਉਹਦੇ ਵਿੱਚ ਕੋਈ ਅਸੀਂ ਇਹ ਤਾਂ ਨਹੀਂ ਮੈਂਸ਼ਨ ਕੀਤਾ ਹੁੰਦਾ ਕਿ ਉੱਥੇ ਅਸੀਂ ਹਲਵਾਈ ਵੀ ਕਰ ਲਏ ਨੇ, ਉੱਥੇ ਅਸੀਂ ਆਹ ਵੀ ਕਰ ਲਿਆ ਆ, ਉੱਥੇ ਉਹਦੀ ਡਰੈਸ ਕੋਡ ਆ ਆ, ਉੱਥੇ ਆ ਫੁੱਲ ਡਿਟੇਲ ਨਹੀਂ ਦੇਣੀ। ਤੇ ਆਪਾਂ ਇੱਥੇ ਕੀ ਗਲਤੀ ਕਰਦੇ ਆ, ਆਪਾਂ ਇੱਥੇ ਉਹ ਫੋਨ ਦੇ ਉੱਤੇ ਹੀ ਪੂਰੀ ਡਿਟੇਲ ਕੰਪਨੀ ਪ੍ਰੋਡਕਟਸ ਨੈਟਵਰਕਿੰਗ 2 ਲੈਗਸ ਇਦਾਂ ਉਦਾਂ ਪਤਾ ਨਹੀਂ ਕੀ ਕੁਝ ਬੋਲ ਦਿੰਦੇ ਆ, ਤੇ ਉੱਥੇ ਸਾਡਾ ਸਾਰਾ ਦਾ ਸਾਰਾ ਹੀ ਉਹ ਕੰਮ ਢੇਰੀ ਹੋ ਜਾਂਦਾ ਕਿ ਆਪਾਂ ਫੋਨ ਤੇ ਹੀ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਆ। ਸਟਾਰਟਿੰਗ ਕੁਛ ਨਹੀਂ ਦੇਣੀ ਹੁੰਦੀ। ਇਨਫੋਰਮੇਸ਼ਨ ਇਨਵੀਟੇਸ਼ਨ ਜਿਹੜੀ ਆ ਉਹ ਇੱਕ ਅਲੱਗ ਗੱਲ ਆ, ਪਲਾਨ ਦਿਖਾਉਣਾ ਇੱਕ ਅਲੱਗ ਗੱਲ ਆ। ਇਨਵੀਟੇਸ਼ਨ ਜਸਟ ਆਪਾਂ ਉਹਦੇ ਕੋਲ ਟਾਈਮ ਲੈਣਾ ਹੈ। ਬਾਕੀ ਜਦੋਂ ਇੱਕ ਵਾਰੀ ਆਪਾਂ ਨੂੰ ਟਾਈਮ ਮਿਲ ਗਿਆ, ਦੈਨ ਉਸ ਤੋਂ ਬਾਅਦ ਆਪਾਂ ਉਹਨੂੰ ਪਲਾਨ ਦੇ ਵਿੱਚ ਜਿੰਨੀ ਮਰਜ਼ੀ ਭਾਵੇਂ ਡਿਟੇਲ ਜਿੱਦਾਂ ਦਾ ਵੀ ਹੋਏਗਾ ਤੁਹਾਡਾ ਪਲਾਨ, ਤੁਸੀਂ ਉਹਨੂੰ ਦਿਖਾ ਸਕਦੇ ਹੋ।
ਤੇ 100 ਵਿੱਚੋਂ 90% ਲੋਕ ਜਿਹੜੇ ਨੈਟਵਰਕਿੰਗ ਕਰ ਰਹੇ ਉਹ ਇਸੇ ਕਰਕੇ ਫੇਲ ਹੋ ਜਾਂਦੇ, ਕਿਉਂਕਿ ਉਹ ਆਪਣੀ ਤਕਰੀਬਨ ਫੋਨ ਦੇ ਉੱਤੇ ਫੁੱਲ ਡਿਟੇਲ ਦੇ ਦਿੰਦੇ ਨੇ। ਉਹ ਜਦੋਂ ਫੁੱਲ ਡਿਟੇਲ ਦਿੱਤੀ ਜਾਂਦੀ ਹੈ ਤਾਂ ਅਗਲਾ ਬੰਦਾ ਸਮਝ ਜਾਂਦਾ ਹੈ, ਹਾਂ ਉਹੀ ਕੰਮ, ਬੰਦਿਆਂ ਵਾਲਾ ਕੰਮ, ਮੈਂ ਅੱਗੋਂ 2 ਅੱਗੋਂ 4, ਉਹ ਫਿਰ ਬੰਦਾ ਉੱਥੇ ਸਮਝ ਜਾਂਦਾ, ਹਾਂ ਠੀਕ ਹੈ, ਠੀਕ ਹੈ, ਠੀਕ ਹੈ। ਉਹ ਫਿਰ ਉਹ ਤੁਹਾਨੂੰ ਟਾਈਮ ਦੇਣ ਦੇ ਵਿੱਚ ਨਹੀਂ, ਤੁਹਾਡੇ ਤਰਲੇ ਮਰਵਾਊਗਾ, ਤੁਹਾਨੂੰ ਟਾਈਮ ਨਹੀਂ ਦੇਗਾ। ਆਪਣਾ ਕਦੇ ਵੀ ਆਪਣਾ ਪੋਸਚਰ ਲੂਜ਼ ਨਹੀਂ ਕਰਨਾ ਥੋੜੀ ਕੀਤੇ, ਠੀਕ ਹੈ। ਲੇਕਿਨ ਲੋਕ ਕਦੇ ਵੀ ਤੁਹਾਡੇ ਤਰਲੇ ਤੁਹਾਡੇ ਮਰਵਾਉਣਗੇ, ਤੁਸੀਂ ਤਰਲਿਆਂ ਵਾਲੀ ਸਿਚੁਏਸ਼ਨ 'ਚ ਨਹੀਂ ਜਾਣਾ ਕਿ ਅਗਲੇ ਦੇ ਤਰਲੇ ਮਾਰਨੇ। ਅਗਲੇ ਨੂੰ ਤੁਸੀਂ ਆਪਣੇ ਵਧੀਆ ਤਰੀਕੇ ਨਾਲ ਤੁਸੀਂ ਉਹਨੂੰ ਸਮਝਾਉਣਾ, ਦੱਸਣਾ, ਗਾਈਡ ਕਰਨਾ। ਕਦੇ ਵੀ ਉਹਨੂੰ ਅਹਿਸਾਸ ਨਾ ਹੋਵੇ ਕਿ ਤੁਸੀਂ ਉਹਦੀ ਰਿਕੁਐਸਟ ਕਰ ਰਹੇ ਹੋ, ਨਹੀਂ ਤੇ ਉਹ ਤੁਹਾਡੇ ਉੱਪਰ ਚੜ੍ਹ ਜਾਏਗਾ, ਜਾਂ ਤੁਹਾਨੂੰ ਤੁਹਾਡੇ ਜ਼ਿਆਦਾ ਤਰਲੇ ਮਰਵਾਏਗਾ ਕਿ ਪਤਾ ਨਹੀਂ ਉਹਨੂੰ ਐ ਲੱਗੇਗਾ ਕਿ ਮੇਰੇ ਤੋਂ ਬਗੈਰ ਇਹਦਾ ਕੰਮ ਨਹੀਂ ਚੱਲਦਾ। ਉਹਦੇ ਵਾਸਤੇ ਮੈਂ ਇੱਕ ਸਿੰਪਲ ਜਿਹਾ ਇੱਕ ਛੋਟਾ ਜਿਹਾ ਮੈਸੇਜ ਬਣਾਇਆ ਕਿ ਆਪਾਂ ਕਿਸੇ ਨਾਲ ਗੱਲ ਕਰਨੀ ਆ ਤਾਂ ਉਹਨੂੰ ਆਪਾਂ ਕੀ ਗੱਲ ਕਰ ਸਕਦੇ ਹਾਂ। ਉਹਦੇ ਵਿੱਚ ਇਹਨੂੰ ਤੁਸੀਂ रीड भी कर सकते। मेरे पास एक ऐसा प्रोजेक्ट है जिसमें मैं और तुम मिलके उन्नति कर सकते हैं, उन्नति कर सकते हैं, लेकिन बात मैं फ़ोन पर नहीं बता सकता क्योंकि कुछ ग्राफ्स, कुछ फिगर्स, कुछ चार्ट है, मुझे आपको बताने हैं, लेकिन उसके लिए 30 मिनट बैठना पड़ेगा। 30 मिनट में बात समझ आ जाएगी कि आप इसको करोगे कि नहीं करोगे। अगर नहीं करोगे तो हम मिलके आप अच्छे दोस्त बन के रह सकते हैं। ਛੋਟੀ ਜਿਹੀ ਗੱਲ ਹੈ, ਇੰਨੀ ਕੁ ਗੱਲ ਕਰਨ ਦੇ ਵਿੱਚ ਆਪਾਂ ਨੂੰ ਕੀ ਤਕਰੀਬਨ ਕਿਸੇ ਨੂੰ ਦਬਾਅ ਪਾਇਆ? ਕੁਛ ਨਹੀਂ ਦਬਾਅ ਪਾਇਆ। ਇਹਦੇ ਵਿੱਚ ਕੋਈ ਅਸੀਂ ਕੰਪਨੀ ਬਾਰੇ ਜ਼ਿਕਰ ਕੀਤਾ? ਕੁਛ ਨਹੀਂ ਕੀਤਾ। ਕੋਈ ਇਦਾਂ ਦੀ ਡਿਟੇਲ ਜਾਂ ਕੋਈ ਇਦਾਂ ਦੇ ਆਪਣੇ ਮੂੰਹ ਸ਼ਬਦ ਨਹੀਂ ਨਿਕਲਣੇ ਚਾਹੀਦੇ ਕਿ ਅਗਲੇ ਨੂੰ ਕੋਈ ਉਹਨੂੰ ਮਿਲ ਜੇ, ਕੋਈ ਉਹਨੂੰ ਪੁਆਇੰਟ ਮਿਲ ਜੇ ਕਿ ਉਹ ਫੜ ਕੇ ਉਹ ਬਸ ਉਹਨੂੰ ਪਤਾ ਲੱਗ ਅੱਛਾ ਅੱਛਾ ਇਹ ਕੰਪਨੀ ਵਾਲਾ ਕੰਮ, ਉਹ ਤੁਹਾਨੂੰ ਮਿਲਦਾ ਸਮਾਂ ਨਾ ਦੇ। ਔਰ ਆਪਾਂ ਟੈਕਨੀਕਲ ਵਰਡਸ ਹੋ ਗਏ ਜਿੱਦਾਂ ਮੈਂ ਲਿਖੇ ਨੇ 2-3 ਗ੍ਰਾਫ, ਫਿਗਰ ਔਰ ਚਾਰਟ। ਇਹ ਇਹੋ ਜਿਹੇ ਵਰਡਸ ਨੇ ਕਿ ਜਦ ਹੀ ਕਿਸੇ ਨੂੰ ਫੋਨ ਤੇ ਨਹੀਂ ਦਿਖਾ ਸਕਦੇ। ਤੁਹਾਨੂੰ ਅਗਲੇ ਨੂੰ ਮਿਲਣ ਲਈ ਟਾਈਮ ਦੇਣਾ ਪਏਗਾ। ਅਗਲੇ ਕੋਲ ਬਹਿ ਕੇ ਤੁਸੀਂ ਤਦ ਉਹਦੇ ਨਾਲ ਡਿਸਕਸ ਕਰ ਸਕਦੇ ਹੋ। ਉਹ ਅਗਲਾ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਲੱਗੇ, ਅਗਲੇ ਨੂੰ ਲੱਗੇ ਕਿ ਪਤਾ ਨਹੀਂ ਇਹਦੇ 'ਚ ਕੀ ਚੀਜ਼ ਹੈ। ਜਦ ਕਿ ਅਸੀਂ ਬਹਿ ਕੇ ਹੀ ਡਿਸਕਸ ਕਰ ਸਕਦੇ ਕਿ ਕੁਛ ਫਿਗਰਸ ਨੇ, ਕੁਛ ਉਹਦੇ ਪ੍ਰੋਜੈਕਟ ਦੇ, ਤੇ ਅਸੀਂ ਉਹਨੂੰ ਬਹਿ ਕੇ ਹੀ ਡਿਸਾਈਡ ਕਰ ਸਕਦੇ ਹਾਂ। ਤਾਂ ਅਗਲਾ ਤੁਹਾਨੂੰ ਆਟੋਮੈਟਿਕਲੀ ਟਾਈਮ ਦੇਗਾ। ਤੇ ਆਪਾਂ ਕੀ ਕਰਦੇ ਹਾਂ ਕਿ ਇੱਕ ਸਿੰਪਲ ਜਿਹੀ ਹੈਗਾ ਜਿੱਦਾਂ ਸਵੈਟਰ ਆ, ਤੇ ਸਵੈਟਰ ਦੇ ਵਿੱਚੋਂ ਜਦੋਂ ਅਸੀਂ ਉਹ ਧਾਗਾ ਇੱਕ ਕਿਸੇ ਨੂੰ ਫੜਾ ਦਈਏ ਤਾਂ ਅਗਲਾ ਧਾਗਾ ਖਿੱਚੀ ਜਾਂਦਾ, ਖਿੱਚੀ ਜਾਂਦਾ, ਖਿੱਚੀ ਜਾਂਦਾ, ਅਗਲੇ ਕੋਲ ਪਿੰਨਾ ਇਕੱਠਾ ਹੋ ਜਾਂਦਾ। ਕਿ ਅਸੀਂ ਗੱਲ ਕਰਦੇ ਕਰਦੇ ਵਿੱਚ ਕੋਈ ਦੱਸ ਦਿੰਦੇ ਹਾਂ ਕਿ ਸਾਡੇ ਕੋਲ ਬਹੁਤ ਜ਼ਬਰਦਸਤ ਬਿਜ਼ਨਸ ਹੈ। ਜਦੋਂ ਬਿਜ਼ਨਸ ਦਾ ਨਾਂ ਲਿਆ ਤਾਂ ਅਗਲਾ ਕੌਣ ਸੀ ਕੰਪਨੀ, ਅਗਲਾ ਅਗਲੇ ਨੂੰ ਆਈਡੀਆ ਹੋ ਜਾਂਦਾ, ਕਿਉਂਕਿ ਅੱਜ ਦੀ ਤਰੀਕ ਵਿੱਚ ਨੈਟਵਰਕਿੰਗ ਬਾਰੇ ਸਾਰੀ ਦੁਨੀਆ ਦੇ ਵਿੱਚ ਨੈਗੇਟਿਵਿਟੀ ਦੀ ਮਾਤਰਾ ਜ਼ਿਆਦਾ ਹੈ। ਤਾਂ ਉਹਨਾਂ ਦਾ ਆਈਡੀਆ ਹੋ ਜਾਂਦਾ ਕਿ ਕੌਣ ਸੀ ਕੰਪਨੀ ਕਿਹਦੇ ਬਾਰੇ ਜ਼ਿਕਰ ਕਰਨ ਲੱਗਾ। ਫਿਰ ਉਹ ਕੌਣ ਸੇ ਪ੍ਰੋਡਕਟ ਕਿੱਦਾਂ ਕਿੱਦਾਂ ਉਹ ਤੁਹਾਨੂੰ ਪੁੱਛੀ ਜਾਏਗਾ, ਤੁਸੀਂ ਹਲਕੀ ਹਲਕੀ ਡਿਟੇਲ ਦੇਈ ਜਾਓਗੇ। ਉਹਨੇ ਪਿੰਨਾ ਖਿੱਚੀ ਜਾਣਾ, ਪਿੰਨਾ ਖਿੱਚੀ ਜਾਣਾ, ਤੇ ਪਿੰਨਾ ਵਲੇਟੀ ਜਾਣਾ। ਠੀਕ ਹੈ ਨਾ। ਉਹ ਸਭ ਕੁਛ ਦੱਸਦਾ ਨਾ। ਉਹ ਬਾਅਦ ਚੋਂ ਫਿਰ ਐਂਡ ਤੇ ਕੀ ਕਹੇਗਾ, ਮੈਂ ਸਭ ਜਾਣਤਾ ਹੂੰ, मैंने दुनिया देखी हुई है। ਠੀਕ ਹੈ ਨਾ। ਕਿਉਂਕਿ ਅਸੀਂ ਸਾਰੀ ਦੀ ਸਾਰੀ ਡਿਟੇਲ ਉਹਨੂੰ ਫੋਨ ਤੇ ਦੇਤੀ। ਜਦ ਕਿ ਸਾਡਾ ਕੰਮ ਕੀ ਹੈ, ਬੋਲਣਾ ਘੱਟ, ਦਿਖਾਉਣਾ ਜ਼ਿਆਦਾ। ਕਿਉਂਕਿ ਆਪਾਂ ਨੂੰ ਸਰ ਆਲਰੇਡੀ ਦੱਸਦੇ ਨੇ ਕਿ ਬਿਨਾਂ ਟੂਲਸ ਤੋਂ ਪਲਾਨ ਕੀਤਾ ਹੋਇਆ ਨੁਕਸਾਨਦਾਇਕ ਹੈ। ਉਹਨੂੰ ਫੁੱਲ ਜਦੋਂ ਦੇਣੀ ਹੈ, ਨੌਲੇਜ ਦੇਣੀ ਹੈ ਤੇ ਫੁੱਲ ਦੇਣੀ ਹੈ। ਅੱਧੀ ਨੌਲੇਜ ਦੇ ਕੇ ਨਹੀਂ ਉੱਠਣਾ। ਠੀਕ ਹੈ ਜੀ। ਨੈਕਸਟ ਪੁਆਇੰਟ ਆ ਜਾਂਦਾ ਜੀ ਆਪਣਾ, ਇਨਵੀਟੇਸ਼ਨ ਇਜ਼ ਨੋਟ ਪ੍ਰੈਜੈਂਟੇਸ਼ਨ। ਠੀਕ ਹੈ। ਇਨਵੀਟੇਸ਼ਨ ਇਜ਼ ਨੋਟ ਪ੍ਰੈਜੈਂਟੇਸ਼ਨ। ਇਨਵੀਟੇਸ਼ਨ ਨੂੰ ਆਪਾਂ ਪੂਰੀ ਫੁੱਲ ਪ੍ਰੈਜੈਂਟੇਸ਼ਨ ਹੀ ਬਣਾ ਦੇਣਾ। ਇਨਵੀਟੇਸ਼ਨ ਇੱਕ ਬਹੁਤ ਛੋਟਾ ਜਿਹਾ ਹੁੰਦਾ, ਠੀਕ ਹੈ, ਛੋਟਾ ਜਿਹਾ ਪਾਰਟ। ਆਧਾ ਅਧੂਰਾ ਗਿਆਨ ਨੁਕਸਾਨਦਾਇਕ ਹੈ। ਇਨਵੀਟੇਸ਼ਨ ਵਿੱਚ ਫੋਨ ਦੇ ਵਿੱਚ ਆਪਾਂ ਜਿਹੜੀ ਡਿਟੇਲ ਦੇ ਦਿੰਦੇ ਹਾਂ ਉਹੀ ਆਪਾਂ ਨੂੰ ਨੁਕਸਾਨਦਾਇਕ ਕਰਦੀ ਹੈ। ਆਪਾਂ ਉਹਨੂੰ ਫੁੱਲ ਡਿਟੇਲ ਇਹਦੇ ਵਿੱਚ ਨਹੀਂ ਦੇ ਸਕਦੇ। ਬਾਕੀ ਆਪਾਂ ਪ੍ਰੈਜੈਂਟੇਸ਼ਨ 'ਚ ਆਪਣੇ ਪਲਾਨ ਦੇ ਵਿੱਚ ਜਿੱਦਾਂ ਦਾ ਵੀ ਹੋਏਗਾ ਆਪਣਾ ਪਲਾਨ, ਉਹਦੇ ਵਿੱਚ ਆਪਾਂ ਦੱਸਦੇ ਹਾਂ। ਤੇ ਆਪਣਾ ਐਟੀਟਿਊਡ ਨਹੀਂ ਲੂਜ਼ ਕਰਨਾ, ਆਪਣੀ ਜਿਹੜੀ ਆਪਣੀ ਪੋਸਚਰ ਹੈ ਉਹ ਨਹੀਂ ਲੂਜ਼ ਕਰਨਾ। ਕਿਸੇ ਨੂੰ ਇਹ ਨਾ ਮਹਿਸੂਸ ਹੋਵੇ ਤੁਹਾਡੀ ਇਨਵੀਟੇਸ਼ਨ ਵਿੱਚ ਕਿ ਤੁਸੀਂ ਉਹਦੇ ਤਰਲੇ ਮਾਰ ਰਹੇ ਹੋ ਜਾਂ ਤੁਹਾਨੂੰ ਉਹਦੀ ਬਹੁਤ ਲੋੜ ਆ। ਆਪਣੇ ਆਪ ਦਾ ਆਪਣਾ ਸਟੇਟਸ ਰੱਖਣਾ ਔਰ ਆਪਣੇ ਉੱਤੋਂ ਕੋਸ਼ਿਸ਼ ਇਹੋ ਅਗਲੇ ਨੂੰ ਅਗਲੇ ਕਿ ਮੈਂ ਤੈਨੂੰ ਓਪਰਚੁਨਿਟੀ ਮੈਂ ਦੇ ਰਿਹਾ, ਤੂੰ ਕਰੇਗਾ ਤੇ ਵੈਲ ਐਂਡ ਗੁੱਡ ਆ। ਠੀਕ ਹੈ। ਉਹਨੂੰ ਆਪ ਕਦੇ ਵੀ ਡਿਪੈਂਡੈਂਟ ਨਹੀਂ ਕ੍ਰੀਏਟ ਕਰਨਾ। ਡਿਪੈਂਡੈਂਟ ਮਤਲਬ ਕਿ ਮੇਰੇ ਹੀ ਉਹ ਕਹਿਣ ਦੇ ਉੱਤੇ ਚੱਲੇਗਾ, ਮੈਂ ਹੀ ਉਹਨੂੰ ਜਿੱਦਾਂ ਸਮਝਾਵਾਂਗਾ ਉਦਾਂ ਹੀ ਉਹ ਕਰੇਗਾ। ਉਹਨੂੰ ਅਸੀਂ ਕ੍ਰੀਏਟ ਕਰਨਾ ਹੈ, ਉਹਦੇ ਅੰਦਰ ਸਕਿੱਲਸ ਤਿਆਰ ਕਰਨੇ ਨੇ। ਉਹ ਇਦਾਂ ਦਾ ਬੰਦਾ ਆਏ ਕਿ ਉਹ ਆਪਣੀ ਲੋੜ ਨੂੰ ਆਵੇ।
ਜਦ ਕਿ ਸਾਡੀ ਲੋੜ ਨੂੰ ਨਾ ਆਵੇ। ਜੇ ਸਾਡੀ ਲੋੜ ਨੂੰ ਆਏਗਾ ਤਾਂ ਕੱਲ ਨੂੰ ਸਾਨੂੰ ਵੀ ਉਹ ਬਾਰ-ਬਾਰ ਉਹਨੂੰ ਪੁਸ਼ ਕਰਨਾ ਪਏਗਾ, ਬਾਰ-ਬਾਰ ਉਹਦੀ ਆਪਣੀ ਨੀਡ ਕ੍ਰੀਏਟ ਕਰਕੇ ਉਹਨੂੰ ਕਹਿੰਦਾ ਕਿ ਤੈਨੂੰ ਇਹਦੀ ਲੋੜ ਆ, ਤੈਨੂੰ ਜ਼ਿਆਦਾ ਜ਼ਰੂਰਤ ਹੈ ਇਹਦੀ, ਤੇ ਤੂੰ ਆ ਤੇ ਇਸ ਦੇ ਵਿੱਚ ਆਪਾਂ ਤੇਰੀ ਹੈਲਪ ਕਰਾਂਗੇ, ਤੈਨੂੰ ਇਸ ਚੀਜ਼ ਦੇ ਵਿੱਚ ਸਕਸੈਸਫੁਲ ਕਰਕੇ ਕਾਮਯਾਬ ਕਰਾਵਾਂਗੇ। ਹੁਣ ਨੈਕਸਟ ਪੁਆਇੰਟ ਆ, ਮੇਕ ਇਟ ਸ਼ੋਰਟ ਐਂਡ ਮੀਨਿੰਗਫੁਲ। ਉਹਦੇ ਵਿੱਚ ਇੱਕ ਟੈਕਨੀਕ ਹੈ, ਟੈਕਨੀਕ ਕੀ ਹੈ, ਫਾਰਮੂਲਾ ਹੈ, ਉਹਨੂੰ ਆਪਾਂ ਸਮਝ ਸਕਦੇ ਹਾਂ। ਫਾਰਮੂਲਾ ਕੀ ਹੈ? ਸਭ ਤੋਂ ਪਹਿਲਾਂ ਐਫ ਮੀਨਸ ਫੈਮਿਲੀ। ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ, ਪਹਿਲਾਂ ਉਹਦੀ ਫੈਮਿਲੀ ਬਾਰੇ ਗੱਲ ਕਰੋ, ਉਹਦੇ ਫੈਮਿਲੀ ਦਾ ਹਾਲ ਚਾਲ ਪੁੱਛਿਆ, ਫੈਮਿਲੀ ਬਾਰੇ ਇਨਫੋਰਮੇਸ਼ਨ ਲਈ, ਫੈਮਿਲੀ ਕਿੱਦਾਂ, ਕੀ ਕਰਦੇ ਨੇ, ਬਾਕੀ ਕੌਣ ਕੌਣ ਆ, ਸਾਰੀ ਉਹਦੀ ਡਿਟੇਲ ਥੋੜੀ ਜੀ ਫੈਮਿਲੀ ਬਾਰੇ ਲੈ ਲਈ। ਸੈਕੰਡ ਪਾਰਟ ਹੈ ਓ ਮੀਨਸ ਓਕੂਪੇਸ਼ਨ। ਉਹਦਾ ਕਾਰੋਬਾਰ ਕੀ ਹੈ, ਕੀ ਕਰਦਾ ਹੈ, ਕਿੱਦਾਂ ਦਾ ਉਹਦਾ ਸਟੇਟਸ ਹੈ, ਸਿਸਟਮ, ਲਿਵਿੰਗ ਆਫ ਸਟਾਈਲ ਕੀ ਹੈ, ਉਹ ਤੁਹਾਨੂੰ ਓਕੂਪੇਸ਼ਨ ਤੋਂ ਉਹਦੇ ਤੋਂ ਤੁਹਾਨੂੰ ਜਾਣਕਾਰੀ ਹੋ ਜਾਏਗੀ। ਥਰਡ ਪਾਰਟ ਹੈ ਆਰ ਮੀਨ ਰੈਸਟ ਟਾਈਮ। ਰੈਸਟ ਟਾਈਮ ਹੋ ਗਿਆ ਵੇਲੇ ਤੁਸੀਂ ਵਿੱਚ ਕੀ ਕਰਦੇ ਹੋ, ਰੈਸਟ ਟਾਈਮ ਵਿੱਚ ਕੀ ਕਰਦੇ ਹੋ, ਰੈਸਟ ਟਾਈਮ ਬਾਰੇ ਤੁਸੀਂ ਡਿਟੇਲ ਪੁੱਛ ਸਕਦੇ ਹੋ। ਇੱਥੇ ਅਸੀਂ ਬਹੁਤ ਜ਼ਿਆਦਾ ਤਕਰੀਬਨ ਆਪਾਂ ਗਲਤ ਸਵਾਲ ਪੁੱਛ ਦਿੰਦੇ ਹਾਂ ਕਿ ਲੋਕੀ ਕਹਿੰਦੇ ਕਿ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਕੀ ਕਰਦੇ ਹੋ, ਫ੍ਰੀ, ਅਗਲਾ ਕਹੇ ਕਿ ਮੈਂ ਫ੍ਰੀ ਹੁੰਦਾ ਹੀ ਨਹੀਂ, ਤਾਂ ਫ੍ਰੀ ਰਹਤੇ ਹੋ। ਉਹ ਲੋਕੀ ਅੱਗੋਂ ਆਂਸਰ ਹੀ ਜਦੋਂ ਪੁੱਠਾ ਪੁੱਛਦੇ ਤੇ ਅਗਲਾ ਉਹ ਕੁਐਸਚਨ ਹੀ ਗਲਤ ਪੁੱਛਿਆ ਤੇ ਤੁਹਾਨੂੰ ਆਂਸਰ ਵੀ ਗਲਤ ਆਫਕੋਰਸ ਆਏਗਾ। ਤੇ ਆਪਾਂ ਪੁੱਛੀਏ ਉਹਨੂੰ ਕਿ ਰੈਸਟ ਟਾਈਮ ਵਿੱਚ ਕੀ ਕਰਦੇ ਹੋ, ਜਦ ਕਿ ਉਹ ਰੈਸਟ ਟਾਈਮ ਵਿੱਚ, ਫਿਰ ਉਹ ਰੈਸਟ ਟਾਈਮ ਵਿੱਚ ਫ੍ਰੀ ਹੁੰਦਾ, ਕੋਈ ਆਪਸ਼ਨ ਨਹੀਂ ਉਹ ਬੰਦਾ ਕਹੇਗਾ ਤੁਹਾਨੂੰ ਕਿ ਮੈਂ ਕੁਝ ਹੋਰ ਕਰਦਾ, ਤੁਹਾਨੂੰ ਇਹੋ ਕਹੇਗਾ ਹਾਂ ਮੈਂ ਰੈਸਟ ਟਾਈਮ ਵਿੱਚ ਫ੍ਰੀ ਹੁੰਦਾ। ਠੀਕ ਹੈ ਜੀ। ਲਾਸਟ ਤੇ ਦੈਨ ਆਪਾਂ ਕਰਨਾ ਉਹਨੂੰ ਮੈਸੇਜ ਦੇਣਾ, ਐਮ ਫॉर ਮੈਸੇਜ ਫॉर ਮਨੀ। ਦੈਨ ਆਪਾਂ ਆਪਣੀ ਓਪਰਚੁਨਿਟੀ ਬਾਰੇ ਜਾਂ ਆਪਣੇ ਇਨਵੀਟੇਸ਼ਨ ਬਾਰੇ ਉਹਨਾਂ ਗੱਲ ਕਰਨੀ। ਜ਼ਿਆਦਾਤਰ ਕੀ ਹੁੰਦਾ, ਲੋਕ ਚੌਥਾ ਪਾਰਟ ਜਿਹੜਾ ਮਨੀ ਦੀ ਗੱਲ ਸਟਾਰਟਿੰਗ ਤੇ ਕਰ ਦਿੰਦੇ ਆ, ਅਗਲੇ ਦੀ ਸਿਚੁਏਸ਼ਨ ਨਹੀਂ ਸਮਝਦੇ, ਪਤਾ ਨਹੀਂ ਅਗਲੇ ਦੇ ਭਾਵੇਂ ਉਹ 5 ਮਿੰਟ ਪਹਿਲਾਂ ਕੋਈ ਨੁਕਸਾਨ ਹੋਇਆ ਹੋਏ ਜਾਂ ਕੋਈ ਨਾ ਕੋਈ ਇਦਾਂ ਦੇ ਬੰਬ ਫਟਿਆ ਹੋਏ ਜਾਂ ਕੋਈ ਨਾ ਕੋਈ ਇਦਾਂ ਦਾ ਗੱਲ ਹੋਇਆ, ਬੰਦਾ ਇਰੀਟੇਟ ਹੋਇਆ ਹੋਏ, ਤੇ ਅਸੀਂ ਪੈਂਦੇ ਦੀ ਪੈਸੇ ਦੀ ਗੱਲ ਅਗਲਾ ਕਹੇਗਾ ਚੱਲ ਫੋਨ ਕੱਟ, ਕੀ ਮੇਰਾ ਲੱਗਾ ਤੂੰ ਸਿਰ ਖਾਣ। ਬਟ ਇਹ ਤਾਂ ਹੀ ਕਹਿੰਦੇ ਕਿ ਇਹ ਟੈਕਨੀਕ ਹੈ, ਫਾਰਮ ਟੈਕਨੀਕ ਹੈ, ਫਾਰਮੂਲਾ ਆ, ਇਹਨੂੰ ਤੁਸੀਂ ਨੋਟ ਕਰ ਸਕਦੇ ਹੋ। ਜਿੱਦਾਂ ਕਿ ਮੈਂ ਲਾਸਟ ਆਪਣੀ ਮੇਕ ਲਿਸਟ ਦੇ ਵਿੱਚ, ਜਿਹੜੀ ਲਿਸਟ ਬਿਗ ਲਿਸਟ ਦੇ ਵਿੱਚ ਵੀ ਮੈਂ ਦੱਸਿਆ ਹੈ ਕਿ ਫਰੈਂਡਸ ਕਰਕੇ ਇੱਕ ਫਾਰਮੂਲਾ ਆ, ਫਰੈਂਡਸ ਦੇ ਨਾਲ ਕੀ ਹੋਏਗਾ, ਆਪਾਂ ਲਿਸਟ ਵੱਡੀ ਕਰ ਸਕਦੇ ਹਾਂ। ਐਫ ਫॉर ਫੈਮਿਲੀ, ਆਈ ਫॉर ਕੱਲੇ ਕੱਲੇ ਬਾਰੇ ਮੈਂ ਲਿਖ ਕੇ ਦੱਸਿਆ ਸੀ ਕਿ ਆਪਾਂ ਉਹਦੇ ਨਾਲ ਵੱਡੀ ਲਿਸਟ ਕਰ ਸਕਦੇ। ਦੈਨ ਨੈਕਸਟ ਫਾਰਮੂਲਾ ਆ ਫਾਰਮ। ਜਿੱਦਾਂ ਕਿ ਮੈਥ ਦੇ ਵਿੱਚ ਕੈਲਕੂਲੇਸ਼ਨ ਹੁੰਦੀ ਆ, ਉਹਦੇ ਵਿੱਚੋਂ ਆਪਾਂ ਸਵਾਲ ਵਗੈਰਾ ਕੱਢਦੇ ਹਾਂ, ਇਦਾਂ ਇਹ ਵੀ ਇੱਕ ਫਾਰਮੂਲਾ ਹੀ ਆ, ਲਾ ਲਓ ਕਿ ਸਟੈਪ ਵਾਈਜ਼ ਕੰਮ ਚੱਲਣਾ। ਜੇ ਆਪਾਂ ਫੋਰਥ ਸਟੈਪ ਨੂੰ ਪਹਿਲੇ ਤੇ ਲੈ ਆਵਾਂਗੇ ਜਾਂ ਸੈਕੰਡ ਸਟੈਪ ਨੂੰ ਦੂਜੇ ਅੱਗੇ ਲੈ ਜਾਵਾਂਗੇ ਤਾਂ ਉਹ ਆਪਣਾ ਕਿਤੇ ਨਾ ਕਿਤੇ ਉਹ ਚੀਜ਼ ਗਲਤ ਹੋ ਜਾਂਦੀ ਹੈ। ਕਿਸੇ ਨੂੰ ਆਪਾਂ ਫੋਲੋ ਕਰਨਾ ਜਾਂ ਕਿਸੇ ਦਾ ਮਾਈਂਡ ਪੜਨ ਲੱਗੇ ਆਪਾਂ ਗਲਤ ਹੋ ਜਾਂਦੇ ਹਾਂ। ਇਸ ਲਈ ਸਟੈਪ ਵਾਈਜ਼ ਕੰਮ ਚੱਲਣਾ। ਪਹਿਲਾਂ ਉਹਦੇ ਫੈਮਿਲੀ ਬਾਰੇ ਗੱਲ ਕਰੋ, ਉਹਦੀ ਫੈਮਿਲੀ ਦੀ ਇਨਫੋਰਮੇਸ਼ਨ ਲਓ, ਦੈਨ ਉਹਦੇ ਓਕੂਪੇਸ਼ਨ ਬਾਰੇ ਆਪਾਂ ਜਾਣਕਾਰੀ ਲੈ ਸਕਦੇ ਹਾਂ। ਦੈਨ ਉਹਦੇ ਕੋਲ ਆਪਣੇ ਉਹਦੇ ਫ੍ਰੀ ਟਾਈਮ, ਉਹਦਾ ਸਪੇਅਰ ਟਾਈਮ ਚੋਂ ਕੀ ਕਰਦਾ ਆ ਜਾਂ ਕੀ ਐਕਟੀਵਿਟੀ ਕਰਦਾ ਆ, ਜਾਂ ਜਿੱਦਾਂ ਵੀ ਉਹਦੇ ਰੈਸਟ ਟਾਈਮ ਬਾਰੇ ਇਨਫੋਰਮੇਸ਼ਨ ਲੈ ਲਈ। ਦੈਨ ਆਪਣਾ ਆਪਾਂ ਉਹਦੇ 'ਚ ਆਪਾਂ ਨੂੰ ਜੱਜਮੈਂਟ ਹੋ ਜਾਏਗੀ ਇਹਦੇ ਨਾਲ ਹੁਣ ਇਹ ਗੱਲ ਕਰਨ ਦਾ ਸਮਾਂ ਸਾਡੇ ਕੋਲ ਹੈਗਾ ਕਿ ਨਹੀਂ ਹੈਗਾ, ਕਿ ਆਪਾਂ ਗਲਤ ਸਮੇਂ ਤੇ ਤਾਂ ਨਹੀਂ ਫੋਨ ਕਰ ਲਿਆ ਜਾਂ ਗਲਤ ਸਮੇਂ ਤੇ ਆਪਾਂ ਗਲਤ ਨਹੀਂ ਕਰ ਰਹੇ। ਤੇ ਜਿੱਦਾਂ ਸਰ ਦੱਸਦੇ ਹੁੰਦੇ ਆ ਕਿ ਆਪਾਂ ਨੂੰ ਅਗਲੇ ਦਾ ਇਹ ਨਹੀਂ ਹੁੰਦਾ ਕਿ ਆਪਾਂ ਫਸਟ ਟਾਈਮ ਅਗਲੇ ਨੂੰ ਮਿਲੇ ਤੇ ਪੈਂਦਰ ਹੀ ਆਪਣਾ ਤੀਰ ਚਲਾ ਦੇਣਾ ਆ ਕਿ ਜਾਂਦੇ ਹੀ ਬਸ ਉਹਨੂੰ ਇਹ ਬਸ ਆਪਣੇ ਜੇ ਗਏ ਆ ਤੇ ਹੁਣ ਛੱਡ ਕੇ ਨਹੀਂ ਆਉਣਾ, ਇਹਨੂੰ ਪਲਾਨ ਕਰ ਆਉਣਾ, ਜੋ ਮਰਜ਼ੀ ਹੋ ਜਾਏ ਆਰ ਜਾਂ ਪਾਰ। ਫਸਟ ਉਹਦੇ ਨਾਲ ਰਿਲੇਸ਼ਨ ਬਿਲਡ ਕਰਨੇ ਆ, ਰਿਲੇਸ਼ਨ ਬਿਲਡ ਕਰਕੇ ਵਧੀਆ ਉਹਦੇ ਨਾਲ ਸਰਕਲ ਕਰਕੇ ਦੈਨ ਉਹਦਾ ਟਾਈਮ ਵੇਖਣਾ ਕਿ ਉਹ ਸਿਚੁਏਸ਼ਨ ਕਿੱਦਾਂ ਦੀ ਆ। ਸਿਚੁਏਸ਼ਨ ਬਹੁਤ ਮੈਟਰ ਕਰਦੀ ਹੈ ਕਿ ਬੰਦਾ ਕਿਸ ਸਿਚੁਏਸ਼ਨ 'ਚ ਬੈਠਾ ਹੈ, ਕਿ ਉਹਦੇ ਨਾਲ ਗੱਲ ਕਰਨੀ ਜਾਇਜ਼ ਹੈ ਕਿ ਨਹੀਂ ਜਾਇਜ਼। ਤੇ ਕਈ ਵਾਰੀ ਟਾਈਮ ਵੀ ਲੱਗ ਸਕਦਾ ਹੈ, ਕੋਈ ਚੱਕਰ ਨਹੀਂ, ਪਰ ਆਪਾਂ ਨੂੰ ਉਹ ਸਿਚੁਏਸ਼ਨ ਵੇਖ ਕੇ ਗੱਲ ਕਰਨੀ ਚਾਹੀਦੀ ਕਿ ਤੁਹਾਨੂੰ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਆਵੇ। ਠੀਕ ਹੈ ਜੀ। ਇਸ ਕਰਕੇ ਇਹ ਫਾਰਮ ਜਿਹੜੀ ਟੈਕਨੀਕ ਹੈ ਨਾ, ਤੇ ਇਹਨੂੰ ਸਾਰੇ ਵਰਤਿਓ, ਇਹ ਤੁਹਾਡੇ ਬਹੁਤ ਕੰਮ ਆਏਗੀ। ਨੈਕਸਟ ਆਪਾਂ ਕਰਦੇ ਕਿ ਇਹਦੇ ਵਿੱਚ ਕਾਫੀ ਲੋਕ ਹੁੰਦੇ ਨੇ, ਜਿੱਦਾਂ ਕੋਈ ਕੁਐਸਚਨ ਹੀ ਆਪਾਂ ਗਲਤ ਪੁੱਛ ਲੈਣੇ, ਉਹੀ ਜਿੱਦਾਂ ਮੈਂ ਅੱਗੇ ਗੱਲ ਕੀਤੀ ਕਿ ਲੋਕੀ ਰੈਸਟ ਟਾਈਮ ਨਹੀਂ ਪੁੱਛਣਗੇ, ਉੱਥੇ ਪੁੱਛ ਲੈਣਗੇ ਫ੍ਰੀ ਟਾਈਮ 'ਚ ਕੀ ਕਰਦੇ ਹੋਏ, ਤਾਂ ਉਹ ਫਿਰ ਕੁਐਸਚਨ ਹੀ ਗਲਤ ਹੁੰਦਾ ਆ ਤੇ ਆਪਾਂ ਆਂਸਰ ਵੀ ਅੱਗੋਂ ਗਲਤ ਹੀ ਮਿਲਦਾ ਹੈ। ਤੇ ਹਮੇਸ਼ਾ ਕੁਐਸਚਨ ਪੁੱਛੋ ਕਿ ਰੈਸਟ ਟਾਈਮ ਵਿੱਚ ਕਰਦੇ ਕੀ ਹੋ, ਤੁਹਾਨੂੰ ਸਹੀ ਆਂਸਰ ਮਿਲੇਗਾ। ਜਿੱਦਾਂ ਦਾ ਤੁਸੀਂ ਕੁਐਸਚਨ ਪੁੱਛੋਗੇ ਉਦਾਂ ਦਾ ਤੁਹਾਨੂੰ ਆਂਸਰ ਮਿਲੇਗਾ। ਠੀਕ ਹੈ ਜੀ। ਆਪਾਂ ਸਿੰਪਲ ਜਿਹਾ ਦੈਨ ਜਦੋਂ ਇਹ ਗੱਲ ਕਰ ਲਈ, ਦੈਨ ਆਪਾਂ ਉਹਨੂੰ ਫਿਰ ਆਪਾਂ ਇਹੋ ਹੀ ਰਿਕਮੈਂਡ ਕਰ ਸਕਦੇ ਕਿ ਮੇਰੇ ਕੋਲ ਇੱਕ ਬਹੁਤ ਜ਼ਬਰਦਸਤ ਪ੍ਰੋਜੈਕਟ ਹੈ ਜਿੱਤੇ ਮੈਂ ਕੰਮ ਕਰ ਰਿਹਾ, ਜਿਸ ਨੂੰ ਮੈਂ ਕਰ ਰਿਹਾ, ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਔਰ ਤੁਸੀਂ ਅਗਰ ਮਿਲ ਕੇ ਕਰੀਏ ਤੇ ਅਸੀਂ ਵਧੀਆ ਇਨਕਮ ਕ੍ਰੀਏਟ ਕਰ ਸਕਦੇ ਹਾਂ। ਲੇਕਿਨ ਉਹ ਬਾਤ, ਲੇਕਿਨ ਉਹ ਤਦ ਹੀ ਪੋਸੀਬਲ ਹੈ ਕਿ ਅਗਰ ਤੁਸੀਂ ਉਹ ਫਿਗਰਸ, ਗ੍ਰਾਫ ਔਰ ਚਾਰਟ ਨੂੰ ਦੇਖ ਕੇ ਅਗਰ ਤੁਹਾਨੂੰ ਸਮਝ ਲੱਗੇ,
ਅਸੀਂ ਉਹਦੇ ਲਈ 20 ਤੋਂ 30 ਮਿੰਟ ਮੈਨੂੰ ਤੁਹਾਡੇ ਚਾਹੀਦੇ ਨੇ, ਅਸੀਂ ਬਹਿ ਕੇ ਡਿਸਕਸ ਕਰਾਂਗੇ। ਜੇ ਤੁਹਾਨੂੰ ਉਹ ਸਮਝ ਲੱਗ ਜੇ ਦੈਨ ਆਪਾਂ ਰਲ ਕੇ ਕੰਮ ਕਰਾਂਗੇ, ਅਦਰਵਾਈਜ਼ ਐਜ਼ ਅ ਫਰੈਂਡ ਅਸੀਂ ਇਕੱਠੇ ਰਵਾਂਗੇ ਜਿੱਦਾਂ ਅਸੀਂ ਆਲਰੇਡੀ ਰਹਿ ਰਹੇ ਹਾਂ। ਤੇ ਇਸ ਗੱਲ ਦੇ ਨਾਲ ਮੇਰੇ ਹਿਸਾਬ ਨਾਲ ਬੰਦੇ ਦੇ ਉੱਤੇ ਕੋਈ ਦਬਾਅ ਨਹੀਂ ਹੁੰਦਾ, ਕੋਈ ਉਹਦੇ ਤੇ ਪ੍ਰੈਸ਼ਰ ਨਹੀਂ ਹੁੰਦਾ ਕਿ ਅਗਲੇ ਨੂੰ ਕਿ ਤੁਹਾਨੂੰ ਇਨਵੀਟੇਸ਼ਨ ਦੇ ਵਿੱਚ ਤੁਹਾਨੂੰ ਟਾਈਮ ਦੇਣ ਤੋਂ ਨਾ ਕਰੇ। ਉਹਨੂੰ ਆਪਣਾ ਕਦੀ ਵੀ ਇਸ ਚੀਜ਼ ਨੂੰ ਸ਼ੋਅ ਨਹੀਂ ਕਰਨਾ ਕਿ ਤੁਸੀਂ ਨੀਵੇਂ ਹੋ, ਸ਼ੋਅ ਹਿਮ ਮਤਲਬ ਕਿ ਕੋਸ਼ਿਸ਼ ਇਹੋ ਕਰਨਾ ਕਿ ਉਹ ਤੁਹਾਨੂੰ ਉਹ ਬੰਦਾ ਨਹੀਂ ਚਾਹੀਦਾ। ਆਪਣੇ ਉੱਤੋਂ ਏਦਾਂ ਭਾਵ ਰੱਖਣੇ ਆ ਕਿ ਮੈਨੂੰ ਤੁਹਾਡੀ ਲੋੜ ਨਹੀਂ ਹੈ, ਲੇਕਿਨ ਮਨ 'ਚ ਤੇ ਆਪਾਂ ਜੋ ਵੀ ਆਪਣੇ ਮਨ ਦੇ ਸਵਾਲ ਹੈ ਉਹ ਮਨ 'ਚ ਰੱਖਣੇ ਕਿ ਆਪਾਂ ਨੂੰ ਹੁੰਦਾ ਹੀ ਹੈ ਕਿ ਮੇਰੇ ਨਾਲ ਵੱਧ ਤੋਂ ਵੱਧ ਲੋਕ ਜੁੜ ਜਾਣ, ਮੇਰੇ ਨਾਲ ਉਹ ਵੀ ਜੁੜ ਜੇ, ਇਹ ਵੀ ਜੁੜ ਜੇ। ਪਰ ਆਪਣਾ ਪੋਸਚਰ ਆਪਾਂ ਜੋ ਵੀ ਹੈ ਜ਼ਬਰਦਸਤ ਰੱਖਣਾ। ਮਨ ਵਿੱਚ ਜਿਹੜੇ ਵੀ ਵਿਚਾਰ ਆਉਣਗੇ ਉਹ ਵਿਚਾਰ ਮਨ 'ਚ ਹੀ ਰੱਖਣੇ ਆ, ਬਾਹਰ ਨਹੀਂ ਕੱਢਣੇ ਕਿਸੇ ਅੱਗੇ। ਨੈਕਸਟ ਅੱਗੋਂ ਆ ਜਾਂਦੇ ਨੇ 3 ਇਨਪੁਟਸ। ਮੈਂ ਤੁਹਾਨੂੰ 3 ਇਨਪੁਟਸ ਔਨ ਇਨਵੀਟੇਸ਼ਨ ਦੇ ਵਿੱਚ ਮੈਂ 3 ਵੇ ਨੇ ਜਿਹਦੀ ਸਾਰੀ ਦੁਨੀਆ ਜਿਹੜੀ ਇਸ ਚੀਜ਼ ਨੂੰ ਫੋਲੋ ਕਰਦੀ ਹੈ, ਕਿਉਂਕਿ ਸਾਰਾ ਦਾ ਸਾਰਾ ਬ੍ਰਹਮਾਂਡ ਜਿੰਨੇ ਵੀ ਤਰੀਕੇ ਦੇ ਲੋਕ ਨੇ ਉਹ ਇਸੇ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ। ਹੁਣ ਉਹਨਾਂ ਬਾਰੇ ਮੈਂ ਜ਼ਿਕਰ ਕਰਨ ਲੱਗਾ। ਉਹਨਾਂ ਬਾਰੇ ਜ਼ਿਕਰ ਕੀ, ਫਸਟ ਕੀ ਹੁੰਦਾ ਆ, ਜਿਹੜੇ ਆਪਣੇ ਟੇਕ ਐਡਵਾਈਸ। ਐਡਵਾਈਸ ਅਸੀਂ ਕਿੰਨਾ ਕੁ ਲੈ ਸਕਦੇ ਹਾਂ? ਐਡਵਾਈਸ ਅਸੀਂ ਉਹਨਾਂ ਕੋਲ ਲੈ ਸਕਦੇ ਜਿਹੜੇ ਸਾਡੇ ਤੋਂ ਉਮਰ 'ਚ ਵੱਡੇ ਨੇ, ਸੀਨੀਅਰ ਨੇ, ਰਿਸਪੈਕਟ ਕਰਦੇ। ਜਿੱਦਾਂ ਕੋਈ ਬਹੁਤ ਵਧੀਆ ਜੋਬ ਕਰ ਰਿਹਾ ਆ, ਕੋਈ ਵਧੀਆ ਜਿੱਦਾਂ ਤੁਹਾਡੀ ਫੈਮਿਲੀ 'ਚ ਲਾ ਲਓ, ਕੋਈ ਤੁਹਾਡੇ ਕੋਲ ਰਿਸ਼ਤੇਦਾਰਾਂ 'ਚ ਲਾ ਲਓ, ਕੋਈ ਮਾਮਾ, ਚਾਚਾ, ਤਾਇਆ, ਕੋਈ ਵੱਡੀ ਪੋਸਟ ਤੇ ਹੈ ਜਾਂ ਵੱਡਾ ਬਿਜ਼ਨਸਮੈਨ ਹੈ। ਜਿੱਦਾਂ ਅਸੀਂ ਲਿਸਟ ਬਣਾਉਣ ਲੱਗੇ ਸਰ, ਅਸੀਂ ਕਹਿੰਦੇ ਕਿ ਪ੍ਰੀ ਜੱਜ ਨਹੀਂ ਕਰਨਾ, ਫਿਲਟਰ ਨਹੀਂ ਕਰਨਾ। ਉਹ ਫਿਲਟਰ ਕਿਉਂ ਅਸੀਂ ਲਾ ਦਿੰਦੇ ਹਾਂ? ਸਾਨੂੰ ਲੱਗਦਾ ਹੈ ਕਿ ਉਹ ਪਰਸਨ ਬਹੁਤ ਵੱਡਾ ਆ, ਬਹੁਤ ਉੱਪਰਲੇ ਲੈਵਲ ਦਾ ਆ, ਉਹਨੇ ਮੇਰੀ ਗੱਲ ਨਹੀਂ ਸੁਣਨੀ ਜਾਂ ਉਹਨੇ ਮੇਰੀ ਗੱਲ ਨਹੀਂ ਸੁਣਨੀ। ਐਟਲੀਸਟ ਉਹ ਤੁਹਾਡਾ ਮੰਨ ਲਓ ਤੁਹਾਨੂੰ ਉਹ ਨੈਟਵਰਕਿੰਗ ਨਹੀਂ ਦੇਗਾ, ਤੁਹਾਡਾ ਯੂਜ਼ਰ ਤੇ ਬਣ ਸਕਦਾ ਹੈ। ਉਹ ਯੂਜ਼ਰ ਵਾਸਤੇ ਤੁਸੀਂ ਉਹਦੇ ਨਾਲ ਗੱਲ ਕਿੱਦਾਂ ਕਰਨੀ ਹੈ? ਉਹਦੇ ਨਾਲ ਗੱਲ ਕਰਨ ਦਾ ਤਰੀਕਾ ਹੈ ਅਗਲੇ ਦੀ ਐਡਵਾਈਸ। ਤੁਸੀਂ ਉਹਦੇ ਨਾਲ ਉਹਦੇ ਅੱਗੇ ਐਡਵਾਈਸ ਕਰਨੀ ਹੈ, ਉਹਨੂੰ ਐਡਵਾਈਸ ਕਰਨੀ। ਕਿਉਂ? ਉਹਦੇ ਕੋਲ ਸਲਾਹ ਲਓ, ਕਿਉਂਕਿ ਉਹ ਤੁਹਾਡੇ ਤੋਂ ਜਿਹੜਾ ਸੀਨੀਅਰ ਹੈ, ਜੇ ਉਹਨੂੰ ਤੁਸੀਂ ਸਮਝਾਓਗੇ ਉਹਨੇ ਤੁਹਾਡੀ ਗੱਲ ਨਹੀਂ ਸਮਝਣੀ। ਉਹਨੇ ਕਦੀ ਵੀ ਤੁਹਾਡੀ ਗੱਲ ਦੇ ਵਿੱਚ ਹਾਂ 'ਚ ਹਾਂ ਨਹੀਂ ਮਿਲਾਉਣੀ, ਕਦੀ ਵੀ ਉਹਨੇ ਤੁਹਾਨੂੰ ਹਮੇਸ਼ਾ ਨਾ ਹੀ ਕਰਨੀ, ਕਿਉਂਕਿ ਉਹਦੀ ਈਗੋ ਆ। ਉਹ ਤੁਹਾਡੇ ਤੋਂ ਵੱਡਾ ਆ, ਤੁਹਾਡੇ ਤੋਂ ਰਿਸਪੈਕਟਡ ਆ, ਤੁਹਾਡੇ ਤੋਂ ਵੱਡਾ ਪਰਸਨ ਹੈ, ਉਹਨੇ ਤੁਹਾਡੀ ਗੱਲ 'ਚ ਨਹੀਂ ਆਉਣੀ। ਇਹੋ ਜਿਹੀ ਜਗ੍ਹਾ ਤੁਸੀਂ ਉਹ ਅਗਲੇ ਤੋਂ ਸਲਾਹ ਦਾ ਤੜਕਾ ਲਾਈਦਾ ਹੁੰਦਾ, ਸਲਾਹ ਦਾ ਤੜਕਾ ਲਾਉਣਾ। ਠੀਕ ਹੈ ਜੀ, ਇਹ ਵੀ ਇੱਕ ਟੈਕਟ ਆ ਕਿ ਆਪਣੇ ਤੋਂ ਵੱਡੇ ਲੋਕਾਂ ਨੂੰ ਕਿੱਦਾਂ ਗਾਈਡ ਕਰਨਾ ਜਾਂ ਆਪਣੇ ਤੋਂ ਵੱਡੇ ਲੋਕਾਂ ਕੋਲ ਕਿੱਦਾਂ ਉਹਨਾਂ ਕੋਲ ਐਡਵਾਈਸ ਲੈਣੀ ਹੈ। ਅਗਲੇ ਦੀ ਈਗੋ ਨਹੀਂ ਹਾਰਟ ਕਰਨੀ, ਅਗਲੇ ਦਾ ਐਟੀਟਿਊਡ ਨਹੀਂ ਤੋੜਨਾ ਅਗਲੇ ਨੂੰ, ਕਿਉਂਕਿ ਉਹਦੇ 'ਚ ਐਟੀਟਿਊਡ ਆਟੋਮੈਟਿਕਲੀ ਹੈਗਾ, ਕਿਉਂਕਿ ਇੱਕ ਜੋਬ ਕਰ ਰਿਹਾ ਜਾਂ ਉਹਦੇ ਕੋਲ ਵਧੀਆ ਇਨਕਮ ਸੋਰਸ ਹੈਗਾ ਜਾਂ ਉਹਦੇ ਕੋਲ ਵਧੀਆ ਸਿਸਟਮ ਹੈਗਾ ਹੈ ਕਿ ਉਹਦੇ ਤੋਂ ਉਹਨੂੰ ਇਨਕਮ ਆ ਰਹੀ ਹੈ, ਤੇ ਤੁਸੀਂ ਅਜੇ ਛੋਟੇ ਹੋ। ਤੇ ਉਹਨੇ ਤੁਹਾਨੂੰ ਕਦੀ ਵੀ ਆਪਣੇ ਲੈਵਲ ਤੇ ਤੁਹਾਨੂੰ ਉਹਦੇ ਆਪਣੇ ਲੈਵਲ ਨੂੰ ਤੁਹਾਡੇ ਲੈਵਲ ਤੱਕ ਨਹੀਂ ਲੈ ਕੇ ਜਾਣਾ। ਤੁਹਾਨੂੰ ਹੀ ਆਪਣਾ ਕੀ ਕਹਿ ਸਕਦੇ ਨੇ ਕਿ ਹੱਥ ਜੋੜ ਕੇ ਰਿਕੁਐਸਟ ਕਰਕੇ ਅਗਲੇ ਨਾਲ ਮਤਲਬ ਵਧੀਆ ਤਰੀਕੇ ਨਾਲ ਗਾਈਡ ਕਰਨਾ ਪੈਣਾ। ਉਹਦੇ ਵਿੱਚ ਆਪਾਂ ਉਹਨੂੰ ਉਹਦੀ ਈਗੋ ਨਹੀਂ ਹਰਟ ਕਰਨੀ। ਉਹਨੂੰ ਆਪਾਂ ਇਹ ਕਹਿ ਸਕਦੇ ਕਿ ਸਰ ਮੈਂ ਤੁਹਾਡੇ ਨਾਲ ਜਿੱਦਾਂ ਜਿੱਦਾਂ ਤੁਸੀਂ ਬਹੁਤ ਸਕਸੈਸਫੁਲ ਹੋ, ਠੀਕ ਹੈ ਜੀ, ਰਿਕੁਐਸਟ ਕਰਨੀ ਹੈ। ਰਿਕੁਐਸਟ ਵਿੱਚ ਹੀ ਉਹਦੇ ਕੋਲ ਟਾਈਮ ਲੈ ਲੈਣਾ। ਉਹ ਕਿੱਦਾਂ ਕਿ ਆਪਾਂ ਕਿ ਮੈਂ ਤੁਹਾਨੂੰ ਫੋਲੋ ਕਰਦਾ, ਤੁਸੀਂ ਬਹੁਤ ਸਕਸੈਸਫੁਲ ਪਰਸਨ ਹੋ ਜਾਂ ਸਕਸੈਸਫੁਲ ਹੋ, ਆਪਣੇ ਬ੍ਰਦਰ ਨੂੰ ਕਹਿ ਸਕਦਾ ਜਾਂ ਆਪਣੇ ਕਿਸੇ ਨੂੰ ਕਹਿ ਸਕਦਾ, ਬਟ ਮੈਂ ਵੀ ਤੁਹਾਡੇ ਵਰਗਾ ਬਣਨਾ ਚਾਹੁੰਦਾ। ਅਗਲਾ ਕਹੇਗਾ ਹਾਂਜੀ ਹਾਂਜੀ ਅੱਛਾ ਜੀ। ਜਦੋਂ ਅਸੀਂ ਉਹਨੂੰ ਕਵਾਂਗੇ ਨਾ ਉਹਦੀ ਈਗੋ ਨੂੰ ਉਹਨੂੰ ਭੋਜਨ ਦੇ ਦੇਣਾ, ਈਗੋ ਭੋਜਨ, ਇਹਨੂੰ ਕਹਿ ਸਕਦੇ ਈਗੋ ਭੋਜਨ, ਕਿ ਅਗਲੇ ਦੀ ਜਦੋਂ ਅਗਲੇ ਦੀ ਜੈ ਜੈਕਾਰ ਕਰ ਦੇਣੀ ਤਾਂ ਅਗਲਾ ਤੁਹਾਡੀ ਵਾਕਈ ਉਹ ਅਗਲਾ ਇੰਨਾ ਫੁੱਲ ਜਾਏਗਾ ਕਿ ਤੁਹਾਨੂੰ ਵਾਕਈ ਟਾਈਮ ਦੇਗਾ। ਫਿਰ ਉਹਨੂੰ ਨਾਲ ਹੀ ਇਹ ਗੱਲ ਕਹਿ ਦੇਣੀ ਕਿ ਮੈਂ ਇੱਕ ਬਹੁਤ ਵਧੀਆ ਬਿਜ਼ਨਸ ਕਰ ਰਿਹਾ, ਬਿਜ਼ਨਸ ਸਟਾਰਟ ਕੀਤਾ ਹੈ, ਉਹ ਮੈਂ ਉਹ ਕਰਾਂਗਾ ਜਾਂ ਮੈਂ ਕਰਾਂ ਕਿ ਨਾ ਕਰਾਂ, ਉਹਦੇ ਲਈ ਮੈਨੂੰ ਤੁਹਾਡਾ ਡਿਸੀਜ਼ਨ ਚਾਹੀਦਾ ਹੈ। ਤੇ ਤੁਸੀਂ ਮੈਨੂੰ ਮੇਰੇ ਘਰ ਇੱਕ ਵਾਰੀ ਆਓ ਜਾਂ ਮੈਂ ਤੁਹਾਡੇ ਕੋਲ ਆਵਾਂ, ਮੈਨੂੰ ਤੁਸੀਂ ਦੱਸ ਦਿਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ। ਮੈਂ ਤੇ ਮੇਰਾ ਇੱਕ ਫਰੈਂਡ ਜੋ ਮੇਰਾ ਇਸ ਬਿਜ਼ਨਸ ਦੇ ਵਿੱਚ ਮੇਰੇ ਤੋਂ ਸੀਨੀਅਰ ਹੈ, ਅਸੀਂ ਦੋਵੇਂ ਆਵਾਂਗੇ ਜਾਂ ਤੁਸੀਂ ਸਾਡੇ ਕੋਲ ਆਓ ਤੇ ਇੱਕ ਵਾਰੀ ਆ ਕੇ ਮੈਨੂੰ ਸਲਾਹ ਦਿਓ ਕਿ ਮੈਂ ਆਹ ਬਿਜ਼ਨਸ ਕਰਾਂ ਕਿ ਨਾ ਕਰਾਂ। ਤਾਂ ਉਹ ਡੈਫੀਨੇਟਲੀ ਤੁਹਾਨੂੰ ਸਲਾਹ ਦੇਣ ਲਈ ਜ਼ਰੂਰ ਆਏਗਾ। ਠੀਕ ਹੈ ਜੀ। ਜਦੋਂ ਉਹ ਸਲਾਹ ਦੇਣ ਆਏਗਾ, ਬਸ ਤੁਸੀਂ ਫਿਰ ਉਹ ਆਪਣਾ ਉਹਨੂੰ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ, ਉਹਨੂੰ ਪ੍ਰੋਪਰ ਗਾਈਡ ਕਰ ਸਕਦੇ ਹੋ, ਉਹਨੂੰ ਦੱਸ ਸਕਦੇ ਹੋ। ਕਿਉਂਕਿ ਉਹਨੇ ਪਹਿਲੀ ਗੱਲ ਤੇ ਉਹਨੇ ਤੁਹਾਨੂੰ ਸਮਾਂ ਨਹੀਂ ਦੇਣਾ। ਸਮਾਂ ਉਹਦੇ ਕੋਲ ਲੈਣ ਵਾਸਤੇ ਤੁਸੀਂ ਉਹਨੂੰ ਰਿਕੁਐਸਟ ਕਰਨੀ ਪੈਣੀ, ਤੁਹਾਨੂੰ ਐਡਵਾਈਸ ਕਰਨੀ ਪੈਣੀ ਹੈ, ਉਹਨੂੰ ਉਹਦੇ ਅੱਗੇ ਉਹਦੀ ਈਗੋ ਨੂੰ ਮੇਨਟੇਨ ਰੱਖ ਕੇ ਤੁਹਾਨੂੰ ਚੱਲਣਾ ਪੈਣਾ, ਦੈਨ ਉਹ ਤੁਹਾਨੂੰ ਸਮਾਂ ਦੇਗਾ। ਕਾਫੀ ਹੱਦ ਤੱਕ ਲੋਕਾਂ ਦੀ ਇਹੋ ਸਮੱਸਿਆ ਹੁੰਦੀ ਕਿ ਅਸੀਂ ਕਿਸੇ ਨਾਲ ਇਨਵੀਟੇਸ਼ਨ ਲਈ ਗੱਲ ਕਰਦੇ ਹਾਂ, ਅਗਲਾ ਟਾਈਮ ਹੀ ਨਹੀਂ ਦਿੰਦਾ। ਇੱਕ ਵਾਰੀ ਅਗਲੇ ਕੋ ਫੋਨ ਕਰ ਲਈਦਾ ਹੈ, ਫੋਨ ਦੇ ਵਿੱਚ
ਇੱਕ ਤੇ ਲੋੜ ਤੋਂ ਜ਼ਿਆਦਾ ਅਸੀਂ ਗੱਲ ਕਰ ਦਿੰਦੇ ਆ, ਉਹ ਵੀ ਨੁਕਸਾਨਦਾਇਕ ਹੈ। ਦੈਨ ਸੈਕੰਡ ਟਾਈਮ ਅਗਲਾ ਫੋਨ ਹੀ ਨਹੀਂ ਚੁੱਕਦਾ, ਇਹ ਬੜੀ ਸਮੱਸਿਆ ਹੁੰਦੀ ਹੈ। ਉਹਦੇ ਚੱਕਰ 'ਚ ਆਪਾਂ ਆਪਣੇ ਤੋਂ ਸੀਨੀਅਰ ਦੀ ਹਮੇਸ਼ਾ ਕੋਸ਼ਿਸ਼ ਕਰਨੀ ਕਿ ਅਗਲੇ ਦੀ ਐਡਵਾਈਸ ਲੈਣੀ ਹੈ, ਕਿ ਅਗਲੇ ਕੋਲ ਸਲਾਹ ਲੈਣੀ ਹੈ। ਸਲਾਹ ਦੇ ਚੱਕਰ 'ਚ ਮੈਂ ਤੁਹਾਡਾ ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਕਰਦੇ ਹੋ, ਤੁਸੀਂ ਬਹੁਤ ਵਧੀਆ ਬਿਜ਼ਨਸ ਕਰਦੇ ਹੋ, ਮੈਂ ਵੀ ਤੁਹਾਡੇ ਵਰਗਾ ਬਣਨਾ ਚਾਹੁੰਦਾ। ਬਟ ਮੈਨੂੰ ਵੀ ਥੋੜ੍ਹਾ ਜਿਹਾ ਮੈਂ ਇੱਕ ਛੋਟਾ ਜਿਹਾ ਬਿਜ਼ਨਸ ਸਟਾਰਟ ਕੀਤਾ ਹੋਇਆ, ਮੈਨੂੰ ਵੀ ਉਹਦੇ ਬਾਰੇ ਥੋੜ੍ਹਾ ਗਾਈਡ ਕਰੋ ਕਿ ਉਹ ਮੈਂ ਕਰ ਰਿਹਾ, ਜੋ ਕਰ ਰਿਹਾ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ। ਤਾਂ ਤੁਸੀਂ ਇੱਕ ਵਾਰੀ ਆ ਕੇ ਉਸ ਚੀਜ਼ ਨੂੰ ਇਨਫੋਰਮੇਸ਼ਨ ਥੋੜ੍ਹਾ ਜਿਹਾ ਸੁਣ ਲਓ, ਜੇ ਮੇਰੇ ਜੋ ਸੀਨੀਅਰਸ ਨੇ ਉਹਨਾਂ ਕੋਲ, ਤੁਹਾਨੂੰ ਚੰਗਾ ਲੱਗੇਗਾ ਤਾਂ ਤੁਸੀਂ ਮੈਨੂੰ, ਮੈਂ ਅੱਗੋਂ ਕਰਾਂਗਾ ਫੋਰਵਰਡ, ਨਹੀਂ ਕਰਾਂਗਾ ਤਾਂ ਤੁਹਾਡੀ ਸਲਾਹ ਦੇ ਹਿਸਾਬ ਨਾਲ ਮੈਂ ਉਹਨੂੰ ਕੁਇਟ ਕਰ ਦਾਂਗਾ। ਤਾਂ ਇੱਕ ਵਾਰੀ ਜਦੋਂ ਆਏਗਾ ਦੈਨ ਉਹਨੂੰ ਫਿਰ ਆਪਣਾ ਸ਼ੋਅ ਦਾ ਪਲਾਨ ਹੈ, ਆਪਾਂ ਉਹਨੂੰ ਸ਼ੋਅ ਦਾ ਪਲਾਨ ਕਰ ਸਕਦੇ ਹਾਂ। ਤਾਂ ਸ਼ੋਅ ਦੇ ਪਲਾਨ ਵਿੱਚ ਆਟੋਮੈਟਿਕਲੀ ਆਪਾਂ ਨੂੰ ਪਤਾ ਹੈ ਕਿ ਆਪਣੇ ਪਲਾਨ ਦੇ ਵਿੱਚ ਪੂਰਾ ਦਮ ਹੈ, ਕਿ ਆਪਾਂ ਅਗਲੇ ਨੂੰ ਇਸ ਚੀਜ਼ 'ਚ ਕਨਵਿੰਸ ਕਰ ਸਕਦੇ ਹਾਂ ਕਿ ਵਾਕਈ ਚੀਜ਼ ਚੰਗੀ ਹੈ, ਕੁਆਲਿਟੀ ਵਾਈਜ਼ ਪ੍ਰੋਡਕਟਸ ਨੇ, ਹਰ ਚੀਜ਼ ਇਨਫੋਰਮੇਸ਼ਨ। ਉਹ ਆਪਾਂ ਟਾਈਮ ਲੈਣ ਦੀ ਗੱਲ ਹੈ, ਠੀਕ ਹੈ ਜੀ। ਸੈਕਿੰਡ ਪਾਰਟ ਹੈ, ਜੋ ਆਪਣੇ ਹਾਣ ਦੇ ਨੇ ਜਾਂ ਜਿੱਦਾਂ ਦੇ ਨੇ ਲੋਕ ਨੇ, ਆਪਾਂ ਸ਼ੋ ਯੋਰ ਐਕਸਾਈਟਮੈਂਟ, ਠੀਕ ਹੈ ਜੀ। ਜਿੰਨੇ ਵੀ ਆਪਣੇ ਹਮ ਉਮਰ ਲੋਕ ਨੇ, ਸੇਮ ਏਜ ਦੇ ਲੋਕ ਨੇ, ਉਹਨਾਂ ਨੂੰ ਕੀ ਆ ਨਾ, ਜਦੋਂ ਵੀ ਗੱਲ ਕਰਨੀ ਹੈ ਫੁੱਲੀ ਐਕਸਾਈਟਮੈਂਟ ਹੋ ਕੇ, ਫੁੱਲੀ ਐਕਸਾਈਟਡ ਹੋ ਕੇ ਗੱਲ ਕਰਨੀ, ਕਿ ਤੁਹਾਨੂੰ ਅਗਲੇ ਦੀ ਲੱਗੇ ਨਾ, ਅਗਲਾ ਲੱਗੇ ਕਿ ਯਾਰ ਇਹਦੇ 'ਚ ਬੜਾ ਡਰਾਸਟਿਕਲੀ ਚੇਂਜ ਆਇਆ। ਲੋਕੀ ਗੱਲ ਹੀ ਨੋਰਮਲੀ ਕਰਦੇ ਨੇ, ਮਰੇ ਮਰੇ ਗੱਲ ਕਰਦੇ, ਯਾਰ ਉਹ ਅੱਜ ਨਾ ਯਾਰ ਮੀਟਿੰਗ ਆ ਤੇ ਆ ਜਾਇਓ ਇੱਥੇ, ਵੇਖ ਲਾ ਰਿਕੁਐਸਟ ਮੈਂ ਪਿਛਲੀ ਵਾਰੀ ਵੀ ਤੈਨੂੰ ਕਿਹਾ ਸੀ, ਤੂੰ ਪਿਛਲੀ ਵਾਰੀ ਵੀ ਨਹੀਂ ਆਇਆ, ਤੂੰ ਐਤਕੀ ਫੇਰ ਤੈਨੂੰ ਮੈਂ ਫੋਨ ਕਰਨਾ, ਤੂੰ ਫੇਰ ਨਹੀਂ ਆ ਰਿਹਾ। ਫੋਲੋ ਅਪ ਕਰਨਾ ਜ਼ਰੂਰੀ ਆ, ਪਰ ਫੋਲੋ ਅਪ ਇੰਨਾ ਵੀ ਥੱਲੇ ਨਾ ਕਿ ਅਗਲੇ ਨੂੰ ਇਹ ਲੱਗਣ ਲੱਗ ਪਏ ਕਿ ਇਹਦਾ ਮੇਰੇ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਰਿਹਾ, ਤੇ ਇਹ ਹੁਣ ਬਾਰ-ਬਾਰ ਮੇਰੇ ਤਰਲੇ ਮਾਰ ਰਿਹਾ, ਠੀਕ ਹੈ। ਉਹ ਓਨਾ ਹੀ ਜ਼ਿਆਦਾ ਭਾਵ ਖਾਏਗਾ, ਠੀਕ ਹੈ ਨਾ। ਤੇ ਫੁੱਲੀ ਐਕਸਾਈਟਮੈਂਟ ਤਰੀਕੇ ਨਾਲ ਗੱਲ ਕਰਨੀ ਹੈ, ਕਦੀ ਵੀ ਉਹਨੂੰ ਸ਼ੋਅ ਨਹੀਂ ਕਰਨਾ ਕਿ ਤੁਸੀਂ ਫ੍ਰੀ ਹੋ। ਅਗਲੇ ਨੂੰ ਕਹਿਣਾ ਕਿ ਮੈਂ ਬਹੁਤ ਬਿਜ਼ੀ, ਜੇ ਬਾਈ ਚਾਂਸ ਕੱਲ ਨੂੰ ਅਗਲਾ ਕਹਿ ਵੀ ਰਿਹਾ ਹੈ, ਨਹੀਂ ਤੇ ਰਿਸ਼ਤੇਦਾਰ ਕਾਫੀ ਹੁੰਦੇ, ਵਿਹਲਾ ਆ ਇੱਥੇ ਆ ਜਾ, ਵਿਹਲਾ ਉੱਥੇ ਆ, ਕਿਉਂਕਿ ਮੈਂ ਫ੍ਰੀ ਨਹੀਂ ਹੈਗਾ। ਆਪਣੇ ਆਪ ਨੂੰ ਹਮੇਸ਼ਾ ਬਿਜ਼ੀ ਸ਼ੋਅ ਕਰੋ ਕਿ ਮੈਂ ਤੋਂ ਬਹੁਤ ਬਿਜ਼ੀ ਹੈ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੇਰਾ ਬਹੁਤ ਜ਼ਬਰਦਸਤ, ਭਾਵੇਂ ਜੋ ਵੀ ਸਿਚੁਏਸ਼ਨ ਚੱਲ ਰਹੀ ਹੈ ਉਹ ਆਪਣੇ ਆਪ ਨੂੰ ਪਤਾ ਹੈ। ਲੇਕਿਨ ਲੋਕਾਂ ਨੂੰ ਇਸ ਚੀਜ਼ ਬਾਰੇ, ਕਿਉਂਕਿ ਆਪਣਾ ਸਿਸਟਮ ਹੈ ਦਿਖਾਉਣ ਦਾ, ਲੋਕ ਗੱਡੀ ਲੈਂਦੇ ਨੇ ਜਾਂ ਜੋ ਵੀ ਕਹਿੰਦੇ ਨੇ, ਲੋਕੀ ਲੁਕਾ ਕੇ ਰੱਖਦੇ ਨੇ, ਲੋਕਾਂ ਨੂੰ ਪਤਾ ਹੀ ਨਹੀਂ, ਲੋਕ ਆਂਢੀ ਗੁਆਂਢੀ ਨੂੰ ਨਹੀਂ ਪਤਾ ਲੱਗਦਾ ਹੁੰਦਾ ਕਿ ਇਹਨਾਂ ਨੇ ਗੱਡੀ ਲਈ ਹੈ। ਬਟ ਆਪਣਾ ਸਿਸਟਮ ਕੀ ਹੈ, ਆਪਣਾ ਨੈਟਵਰਕਿੰਗ ਵਿੱਚ ਕੀ, ਆਪਣਾ ਹਰ ਚੀਜ਼ ਆਪਾਂ ਨੂੰ ਸ਼ੋਅ ਕਰਨੀ ਪੈਂਦੀ ਹੈ। ਆਪਾਂ ਵੱਧ ਤੋਂ ਵੱਧ ਸ਼ੋਅ ਕਰਾਂਗੇ, ਜਿੰਨਾ ਸ਼ੋਅ ਕਰਾਂਗੇ ਨਾ, ਓਨਾ ਹੀ ਉਸ ਚੀਜ਼ ਦਾ ਰਿਸਪੌਂਸ ਵਧੀਆ ਆਉਂਦਾ, ਜ਼ਬਰਦਸਤ ਆਉਂਦਾ। ਤੇ ਉਹੀ ਸਿਸਟਮ ਇਹਦੇ ਵਿੱਚ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਚੀਜ਼ਾਂ ਸ਼ੋਅ ਕਰਨਾ ਪੈਂਦਾ, ਆਪਣੇ ਆਪ ਨੂੰ, ਆਪਣੀ ਐਬਿਲਿਟੀ ਸ਼ੋਅ ਕਰਨੀ ਪੈਂਦੀ ਹੈ, ਆਪਣੀ ਕਾਬਲੀਅਤ ਸ਼ੋਅ ਕਰਨੀ ਪੈਂਦੀ ਹੈ। ਜਿਹੜੇ ਮਨ ਦੇ ਵਿੱਚੋਂ ਨੈਗੇਟਿਵ ਵਿਚਾਰ ਕਈ ਵਾਰੀ ਨਿਕਲਦੇ ਨੇ, ਉਹਨੂੰ ਕੋਸ਼ਿਸ਼ ਕਰੋ ਕਿ ਅੰਦਰ ਹੀ ਰੱਖੋ, ਕਿ ਬਾਹਰ ਕਿਸੇ ਅੱਗੇ ਵੀ ਪਰਸਨ ਅੱਗੇ ਨਾ ਕਰੋ, ਭਾਵੇਂ ਕ੍ਰੋਸ ਲਾਈਨ ਦੇ ਅੱਗੇ ਜਾਂ ਕਿਸੇ ਦੇ ਅੱਗੇ ਵੀ ਆਪਣਾ ਕਦੀ ਵੀ ਨੈਗੇਟਿਵ ਵਿਚਾਰ ਸ਼ੋਅ ਨਹੀਂ ਕਰਨੇ ਚਾਹੀਦੇ। ਇਸ ਚੀਜ਼ ਬਾਰੇ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਵੀ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਕਿ ਵਾਕਈ ਇਹ ਚੀਜ਼ ਗਲਤ ਹੈ। ਇਹ ਨੈਗੇਟਿਵ ਗੱਲਾਂ ਕਰ ਦਈਦੀ ਹੈ, ਉਹ ਕਿਤੇ ਨਾ ਕਿਤੇ ਬਾਅਦ ਚੋਂ ਆਪਣੇ ਨੁਕਸਾਨਦਾਇਕ, ਆਪਣੇ ਹੀ ਅੱਗੇ ਆਉਂਦੀਆਂ, ਠੀਕ ਹੈ ਜੀ। ਬਾਕੀ ਆਪਾਂ ਨੂੰ ਸਲਾਹਕਾਰ ਜਿਹੜੇ ਲੋਕ ਹੁੰਦੇ ਨੇ, ਹਰ ਗਲੀ, ਭਾਰਤ ਇੱਕ ਇਹੋ ਜਿਹਾ ਦੇਸ਼ ਹੈ, ਹਰ ਗਲੀ ਚੁਰਾਹੇ ਤੇ ਤੁਹਾਨੂੰ 15 ਤੋਂ 17 ਰਾਏ ਬਹਾਦਰ ਮਿਲ ਜਾਣਗੇ ਹਰ ਗਲੀ ਦੇ ਵਿੱਚ, ਕਿ ਜਿਹੜੇ ਤੁਹਾਡੇ ਗੱਲ ਤੇ ਹਵਾ ਉਡਾਉਣ ਵਾਲੇ, ਤੇ ਉਹਨਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ। ਤੇ ਆਪਾਂ ਫੁੱਲ ਐਕਸਾਈਟਮੈਂਟ ਦੇ ਨਾਲ, ਆਪਾਂ ਜਿੰਨੇ ਆਪਣੇ ਹਮਸਫਰ, ਜਿੰਨੇ ਏਜ ਪੀਪਲ ਨੇ ਉਹਨਾਂ ਨੂੰ ਆਪਾਂ ਗੱਲ ਕਰ ਸਕਦੇ ਹਾਂ, ਠੀਕ ਹੈ ਜੀ। ਨੈਕਸਟ ਪਾਰਟ ਆ ਜਾਂਦਾ ਹੈ ਆਪਣਾ ਹਾਰਟ ਟਚਿੰਗ। ਹਾਰਟ ਟਚਿੰਗ ਮੀਨ ਇਹ ਆ ਜਾਂਦੀ ਦੁਖਤੀ ਰਗ ਕੋ ਦਬਾਨਾ। ਦੁਖਦੀ ਰਗ ਦਬਾਨਾ, ਦੁਖਤੀ ਰਗ ਨੂੰ ਦਬਾਉਣਾ, ਯਾਨੀ ਕਿ ਕਿਸੇ ਦਾ, ਜਿੱਦਾਂ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿੱਦਾਂ ਤੁਹਾਡੇ ਕਾਫੀ ਕਲੋਜ਼ ਨੇ, ਜਾਂ ਜਿਹੜੇ ਤੁਹਾਡੇ ਕਾਫੀ ਨੀਅਰ ਐਂਡ ਡੀਅਰ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਦਾ ਉੱਤੇ ਕੋਈ ਕਿਸੇ ਟਾਈਪ ਦਾ ਕਰਜ਼ਾ ਹੋ ਸਕਦਾ, ਕਿਸੇ ਟਾਈਪ ਦੀ ਮਤਲਬ ਸ਼ਾਦੀ ਦਾ ਲੋਡ ਵਗੈਰਾ, ਜਾਂ ਕੋਈ ਨਾ ਕੋਈ ਬਿਮਾਰੀ ਦਾ ਕੋਈ ਇੱਦਾਂ ਦਾ ਕੋਈ ਹੋਏ। ਇਸ ਚੀਜ਼ ਦਾ ਜਿਹੜਾ ਕਿਸੇ ਦੇ ਉੱਤੇ ਦੁੱਖ ਹੁੰਦਾ ਹੈ ਨਾ, ਦੁੱਖ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਹਮੇਸ਼ਾ ਉਹਦਾ ਸਪੋਰਟਿਵ ਹੋਣਾ ਚਾਹੀਦਾ, ਕਿ ਆਪਣਾ ਬਿਜ਼ਨਸ ਇੱਦਾਂ ਦਾ ਕਿ ਆਪਾਂ ਅਗਲੇ ਦੀ ਸਪੋਰਟ ਕਰਕੇ ਉਹਨੂੰ ਉਸ ਚੀਜ਼ ਦੇ ਵਿੱਚੋਂ ਕੱਢਣਾ। ਉਹਦੀ ਹਾਰਟ ਟਚਿੰਗ, ਜਦ ਕਿ ਤੁਸੀਂ ਦੁੱਖ ਦੀ ਰਗ ਨੂੰ ਜਦੋਂ ਤੁਸੀਂ ਫੜਦੇ ਹੋ ਨਾ ਅਗਲੇ ਦੀ ਪਰਸਨ ਦੀ, ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਓਕੂਪੇਸ਼ਨ ਤੋਂ ਗੱਲ ਕਰ ਰਹੇ, ਜਦੋਂ ਮੈਂ ਸਟਾਰਟਿੰਗ ਦਾ ਫਾਰਮੂਲਾ ਫਾਰਮ ਦਿੱਤਾ ਸੀ ਕਿ ਫੈਮਿਲੀ ਤੋਂ ਬਾਅਦ ਸੈਕਿੰਡ ਪਾਰਟ ਆਉਂਦਾ ਓਕੂਪੇਸ਼ਨ।
ਇਸ ਟਾਈਮ ਓਕੂਪੇਸ਼ਨ ਦਾ ਕੀ ਹਾਲ ਆ? ਓਵਰਆਲ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਕੰਮ-ਕਾਰ ਕਿੱਦਾਂ ਚੱਲਦਾ ਹੈ? ਤੁਹਾਨੂੰ ਹਰ ਕੋਈ ਇਹੋ ਦੱਸੇਗਾ, ਬਹੁਤ ਬੁਰਾ ਹਾਲ ਆ, ਹਾਲਤ ਪਤਲੀ ਆ, ਬਿਲਕੁਲ ਕੰਮ ਹੈ ਨਹੀਂ ਹੈ, ਏਦਾਂ ਰੋਂਦੇ-ਧੋਂਦੇ ਤੁਹਾਨੂੰ ਦਿਖਣਗੇ। ਤੇ ਜਦੋਂ ਰੋਂਦੇ-ਧੋਂਦੇ ਦਿਖਣਗੇ ਤਾਂ ਤੁਹਾਡੇ ਵਾਸਤੇ ਤੇ ਖੁਸ਼ੀ ਦੀ ਗੱਲ ਹੈ ਜਾਂ ਗਰਵ ਵਾਲੀ ਗੱਲ ਹੈ ਕਿਉਂਕਿ ਲੋਕੀ ਰੋ ਰਹੇ ਨੇ। ਫਿਰ ਰੋਂਦੇ ਹੋਇਆਂ ਨੂੰ ਹੀ ਆਪਾਂ ਫੜ ਕੇ ਆਪਾਂ ਆਪਣੇ ਸਿਸਟਮ ਵਿੱਚ ਲਿਆ ਸਕਦੇ ਹਾਂ। ਤੇ ਆਪਾਂ ਇਸ ਕਰਕੇ ਇਹਦੇ ਵਿੱਚ ਵੀ ਜੋ ਸਿਸਟਮ ਆ ਕਿ ਜਿੱਦਾਂ ਹੁਣ ਮੈਂ ਹਾਰਟ ਟਚਿੰਗ ਦੀ ਗੱਲ ਕੀਤੀ ਕਿ ਕਿਸੇ ਦੇ ਉੱਤੇ ਕਰਜ਼ਾ ਜਾਂ ਸ਼ਾਦੀ ਦਾ ਲੋਡ ਹੈ ਜਾਂ ਕੋਈ ਬਿਮਾਰੀ ਦਾ ਜਾਂ ਐਕਸਪੈਂਸ ਵਗੈਰਾ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਆ, ਖਰਚਾ ਜ਼ਿਆਦਾ ਚੱਲ ਰਿਹਾ ਤੇ ਉਹਨਾਂ ਨੂੰ ਉੱਥੇ ਹਮੇਸ਼ਾ ਉਹਨਾਂ ਦੇ ਮਜ਼ਾਕ ਨਹੀਂ ਉਡਾਉਣਾ, ਉਹਨਾਂ ਦੀ ਉੱਥੇ ਸਪੋਰਟਿਵ ਬਣਨਾ ਤੇ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਤੁਸੀਂ 30 ਤੋਂ 40 ਮਿੰਟ ਦਿਓ ਤੇ ਅਸੀਂ ਤੁਹਾਨੂੰ ਨਾਲ ਬਹਿ ਕੇ ਤੁਹਾਡੀ ਜਿਹੜੀ ਪ੍ਰੋਬਲਮ ਤੁਹਾਡੀ ਸਮੱਸਿਆ ਇਸ ਚੀਜ਼ ਦਾ ਹੱਲ ਕਰਾਂਗੇ, ਰਲ ਕੇ ਕੰਮ ਕਰਾਂਗੇ ਤੇ ਵਧੀਆ ਇਨਕਮ ਕ੍ਰੀਏਟ ਕਰ ਸਕਦੇ। ਉਹਦੇ ਲਈ ਮੈਨੂੰ ਤੁਹਾਡੇ 10 ਤੋਂ 20 ਮਿੰਟ 20 ਤੋਂ 30 ਮਿੰਟ ਚਾਹੀਦੇ ਤੇ ਆਪਾਂ ਇਸ ਚੀਜ਼ ਦੀ ਤੁਹਾਡੀ ਜਿਹੜੀ ਬਿਮਾਰੀ ਦਾ ਜਾਂ ਜੋ ਵੀ ਇਹਦਾ ਤੁਹਾਡੇ ਜੋ ਸਮੱਸਿਆ ਹੈ ਇਹਨਾਂ ਚੀਜ਼ਾਂ ਦਾ ਹੀ ਵਧੀਆ ਹੱਲ ਪਾਵਾਂਗੇ। ਤੇ ਇਹ ਨੇ ਆਪਣੇ ਹੁਣ ਦੱਸੋ ਮੈਂ ਜਿਹੜੇ ਆ 3 ਸਟੈਪ ਦੱਸੇ ਨੇ ਇਹ ਸਾਰੇ ਦਾ ਸਾਰਾ ਸਿਸਟਮ ਇਹਦੇ ਵਿੱਚ ਆ ਜਾਂਦਾ। ਸੀਨੀਅਰਸ ਆ ਗਏ ਆ ਆਪਣੀ ਐਡਵਾਈਸ ਦੇ ਵਿੱਚ, ਹਮਸਫ਼ਰ ਆ ਗਏ ਆਪਣੇ ਐਕਸਾਈਟਮੈਂਟ ਦੇ ਵਿੱਚ, ਹਾਰਟ ਟਚਿੰਗ ਦੇ ਵਿੱਚ ਆਪਣੇ ਜਿੰਨੇ ਵੀ ਆਪਣੇ ਜਿਹੜੇ ਦੂਸਰੇ ਰਿਸ਼ਤੇਦਾਰ ਵੀ ਕੁਛ ਆ ਸਕਦੇ ਨੇ, ਕੁਛ ਆਪਣੇ ਜਿਹੜੇ ਸੱਜਣ ਮਿੱਤਰ ਉਹ ਸਾਰੇ ਦੇ ਸਾਰੇ ਇਹਨਾਂ ਦੋਵਾਂ ਤਿੰਨਾਂ ਕ੍ਰਾਈਟੇਰੀਆ ਦੇ ਵਿੱਚ ਕਵਰ ਹੋ ਜਾਂਦੇ ਨੇ ਕਿ ਹਰ ਤਰ੍ਹਾਂ ਦੇ ਲੋਕ ਨਾ ਕਿੱਦੀ ਸਿਚੁਏਸ਼ਨ 'ਚ ਕਿੱਦਾਂ ਦੀ ਗੱਲ ਕਰਨੀ ਹੈ ਉਹ ਆਪਾਂ ਅਗਲੇ ਦੀ ਜੱਜਮੈਂਟ ਕਰ ਸਕਦੇ ਹਾਂ, ਅਗਲੇ ਤੋਂ ਸਮਝ ਸਕਦੇ ਹਾਂ। ਤੇ ਇਹ ਤੁਹਾਨੂੰ ਡੈਫੀਨੇਟਲੀ ਤੁਹਾਨੂੰ ਹਰ ਤੁਹਾਡੇ ਬਿਜ਼ਨਸ ਵਿੱਚ ਅਪਗ੍ਰੇਡ ਕਰਨਗੇ। ਇਨਵੀਟੇਸ਼ਨ ਦੇ ਇੱਕੋ ਗੱਲ ਲਾਸਟ ਤੇ ਮੈਂ ਫੇਰ ਕਰਨਾ ਚਾਹੁੰਦਾ ਕਿ ਇਨਵੀਟੇਸ਼ਨ ਜਿਹੜਾ ਸਾਡਾ ਹੈ ਨਾ ਉਹ ਬਹੁਤ ਜ਼ਬਰਦਸਤ ਔਰ ਦਮਦਾਰ ਹੋਣਾ ਚਾਹੀਦਾ। ਜਦੋਂ ਇਨਵੀਟੇਸ਼ਨ ਸਾਡਾ ਦਮਦਾਰ ਹੈ ਨਾ ਤੇ ਤੁਹਾਨੂੰ ਕੋਈ ਵੀ ਟਾਈਮ ਦੇਣ ਤੋਂ ਨਹੀਂ ਇਨਕਾਰ ਕਰੇਗਾ ਜਾਂ ਕੋਈ ਵੀ ਤੁਹਾਡੇ ਪ੍ਰੋਸਪੈਕਟਿੰਗ ਨੂੰ ਜਾਂ ਪ੍ਰੈਜੈਂਟੇਸ਼ਨ ਨੂੰ ਤੁਹਾਨੂੰ ਉਹ ਸੁਣਨ ਤੋਂ ਇਨਕਾਰ ਨਹੀਂ ਕਰੇਗਾ ਕਿਉਂਕਿ ਲੋਕੀ ਇਸ ਟਾਈਮ ਡਰੇ ਹੋਏ ਨੇ। ਉਹਨਾਂ ਦਾ ਡਰ ਵੀ ਕੱਢਣਾ, ਉਹਨਾਂ ਦੇ ਡਰ ਦੇ ਵਿੱਚੋਂ ਤੁਸੀਂ ਟਾਈਮ ਲੈ ਕੇ ਅਗਲੇ ਨੂੰ ਇਨਫੋਰਮੇਸ਼ਨ ਦੇਣੀ, ਉਹਨੂੰ ਸਮਝਾਉਣਾ, ਉਹ ਤਦ ਹੀ ਹੋ ਸਕਦਾ ਕਿ ਤੁਹਾਡੀ ਗੱਲ ਦੇ ਵਿੱਚ ਵਜ਼ਨ, ਤੁਹਾਡੀ ਗੱਲ ਦੇ ਵਿੱਚ ਦਮ ਹੋਏਗਾ। ਇਸ ਕਰਕੇ ਬਾਰ-ਬਾਰ ਮੈਂ ਇੱਕੋ ਗੱਲ ਕਹਿ ਰਿਹਾ ਕਿ ਦਮ ਹੋਣਾ, ਗੱਲ ਦੇ ਵਿੱਚ ਦਮ ਹੋਣਾ ਬਹੁਤ ਜ਼ਰੂਰੀ ਆ ਤੇ ਆਪਾਂ ਉਸ ਚੀਜ਼ ਦੇ ਨਾਲ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ। ਤੇ ਇਹੋ 2 ਤੋਂ 3 ਸਟੈਪਾਂ ਨੂੰ ਆਪਾਂ ਫੋਲੋ ਕਰਕੇ ਆਪਾਂ ਆਪਣੀ ਲਾਈਫ ਨੂੰ ਅਪਗ੍ਰੇਡ ਕਰ ਸਕਦੇ ਹਾਂ ਔਰ ਆਪਣੇ ਬਿਜ਼ਨਸ ਨੂੰ ਵਧੀਆ ਅਪਗ੍ਰੇਡ ਕਰ ਸਕਦੇ ਹਾਂ। ਤੇ ਲਾਸਟ ਤੇ ਮੈਂ ਧੰਨਵਾਦ ਕਰਦਾ, ਥੈਂਕ ਯੂ। ਤੇ ਇਹ ਹੀ ਮੇਰਾ ਅੱਜ ਦਾ ਟੌਪਿਕ ਤੇ ਹੋਪਫੁਲੀ ਮੇਰੇ ਹਿਸਾਬ ਨਾਲ ਤਕਰੀਬਨ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗ ਗਿਆ ਹੋਏਗਾ ਕਿ ਇਨਵੀਟੇਸ਼ਨ ਕੀ ਚੀਜ਼ ਹੁੰਦੀ ਆ ਤੇ ਕਿਸ ਪ੍ਰੋਸੈਸ ਦੇ ਨਾਲ ਆਪਾਂ ਲੋਕਾਂ ਨੂੰ ਇਨਵਾਈਟ ਕਰ ਸਕਦੇ ਹਾਂ ਤੇ ਇਹਦੀ ਵੈਲਿਊ ਕੀ ਆ ਆਪਣੇ ਬਿਜ਼ਨਸ ਵਿੱਚ। ਸਭ ਤੋਂ ਜ਼ਿਆਦਾ ਮੇਜਰ ਜਿਹੜੀ ਪੁਆਇੰਟ ਹੈ ਨਾ ਉਹ ਇਨਵੀਟੇਸ਼ਨ ਹੈ। ਸ਼ੋਅ ਦਾ ਪਲਾਨ ਤੇ ਇੱਕ ਅਗਲਾ ਪਾਰਟ ਰਹਿ ਜਾਂਦਾ ਹੈ ਲੇਕਿਨ ਇਨਵੀਟੇਸ਼ਨ ਬਹੁਤ ਮੈਟਰ ਕਰਦਾ। ਉਹ ਤਦ ਹੀ ਹੋਏਗਾ ਅਗਰ ਸਾਡੀ ਗੱਲ ਦੇ ਵਿੱਚ ਦਮ ਹੋਏਗਾ। ਐਂਡ ਥੈਂਕ ਯੂ, ਵਿਸ਼ ਯੂ ਵੈਲਥ, ਧੰਨਵਾਦ। ਐਂਡ